हेलो दोस्तों, वेलकम टू सिद्धि पंजाब। टुडे इन दिस वीडियो वी आर गोइंग टू डिस्कस 26 ਤੋਂ ਲੈ ਕੇ 1 ਜਨਵਰੀ ਦੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰਸ ਨੇ। ਸੋ ਨਿਊ ਈਅਰ ਮੈਂ ਇੱਥੇ ਲਿਖਣਾ ਭੁੱਲ ਗਈ। ਸਭ ਨੂੰ ਨਿਊ ਈਅਰ ਦੀ ਬਹੁਤ-ਬਹੁਤ ਮੁਬਾਰਕਾਂ। ਆਈ ਹੋਪ ਦਿਸ ਈਅਰ ਗੋਜ਼ ਵੈਰੀ ਵੈਲ ਫॉर ਯੂ। ਵਰਕ ਰੀਲੀ ਹਾਰਡ ਵਰਕ ਜਿਹੜਾ ਡੇਲੀ ਕੀਤਾ ਜਾਵੇ, that is consistency, that will definitely produce results for you। ਤਾਂ ਇਸ ਸਾਲ ਲਈ ਤੁਹਾਡੇ ਲਈ ਮੇਰੇ ਲਈ ਇਹੀ ਮੈਸੇਜ ਰਹੇਗਾ ਕਿ ਪਲੀਜ਼ ਵਰਕ ਵੈਰੀ ਹਾਰਡ। ਹਰ ਰੋਜ਼ ਹਾਰਡ ਵਰਕ ਕਰਨਾ। ਇਹ ਨਹੀਂ ਹੈ ਕਿ ਇੱਕ ਦਿਨ ਕਰਕੇ ਥੱਕ ਗਏ। ਸਭ ਦੇ ਅਪ ਐਂਡ ਡਾਊਨ ਫੇਜ਼ਸ ਆਉਂਦੇ ਹੈ। एवरीवन फील्स लो, एवरीवन फील्स कि ਅੱਜ ਨਹੀਂ ਪੜਨਾ ਜੀ। ਹਫਤੇ ਚੋਂ ਇੱਕ ਦਿਨ ਮਸਾ ਪੜਨ ਦਾ ਜੀ ਕਰਦਾ ਹੈ, ਬਾਕੀ ਦਿਨ ਤਾਂ ਵੀ ਫੀਲ ਲਾਈਕ ਵੀ ਸ਼ੁਡ ਨਾਟ ਸਟੱਡੀ ਤੇ ਰਿਲੈਕਸ ਕਰੀਏ। ਬਟ ਉਹੀ ਕਹਿੰਦੇ ਆ ਕਿ ਸਕਸੈਸ ਤਾਂ ਹੀ ਮਿਲੇਗੀ ਜਦ ਤੁਸੀਂ ਉਦੋਂ ਵੀ ਪੜ੍ਹਦੇ ਹੋ ਜਦ ਪੜ੍ਹਨ ਦਾ ਜੀ ਨਹੀਂ ਕਰਦਾ ਹੈ। ਠੀਕ ਹੈ, ਕਿਸੇ ਦਾ ਰੂਮ 'ਚ ਬੈਠ ਕੇ ਇੰਨੇ ਘੰਟੇ ਕਿਤਾਬਾਂ 'ਚ ਸਿਰ ਦਬਾਉਣ ਦਾ ਜੀ ਨਹੀਂ ਕਰਦਾ ਹੈ। ਬਟ ਉਹੀ ਹੈ, ਸਕਸੈਸ ਲਈ ਸਾਨੂੰ ਕੁਛ ਨਾ ਕੁਛ ਸੈਕਰੀਫਾਈਸਿਸ ਕਰਨੇ ਪੈਂਦੇ ਨੇ, ਰਾਈਟ। ਸੋ ਵਰਕ ਰੀਅਲੀ ਹਾਰਡ। ਤੁਹਾਡੇ ਹਾਰਡ ਵਰਕ ਨੂੰ ਡਾਇਰੈਕਸ਼ਨ ਦੇਣ ਲਈ ਮੈਨੇ ਦੋ ਪਲਾਨਸ, ਇੱਕ ਰਿਵੀਜ਼ਨ ਪਲਾਨ, ਇੱਕ ਜਿਹੜਾ ਕਿ ਉਹਨਾਂ ਬੱਚਿਆਂ ਲਈ ਹੈ ਜਿਹੜੇ ਕਿ ਆਲਰੇਡੀ ਸਿਲੇਬਸ ਕੰਪਲੀਟ ਕਰ ਚੁੱਕੇ ਤੇ ਉਹ ਆਪਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੈ। ਸਭ ਕੁਝ ਦਿਮਾਗ 'ਚ ਰੱਖਣਾ ਵੀ ਜ਼ਰੂਰੀ ਹੈ ਨਾ। ਇੱਕ ਵਾਰ ਸਿਲੇਬਸ ਤਾਂ ਕੰਪਲੀਟ ਹੋ ਗਿਆ, ਬਟ ਹੁਣ ਉਹ ਦਿਮਾਗ 'ਚ ਵੀ ਰਹਿਣਾ ਚਾਹੀਦਾ ਹੈ। ਤਾਂ ਰਿਵੀਜ਼ਨ ਤੇ ਪ੍ਰੈਕਟਿਸ ਲਈ ਇੱਕ ਪਲਾਨ ਬਣਾਇਆ ਹੈ। ਆਈ ਵਿਲ ਲਿੰਕ ਦੀ ਵੀਡੀਓ ਹੇਅਰ, ਪਲੀਜ਼ ਗੋ ਥਰੂ ਇਟ ਇਫ ਯੂ ਆਰ ਅ person who has completed the syllabus and if you are a complete beginner ਤੇ ਅਗਲੇ ਸਾਲ ਦੇ PCS ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਕਿ 2025 ਚ ਜਦ ਵੀ ਆ ਜਾਏ you will be you are able to write that PCS examination। then again complete beginners ਦਾ 5 months ਦਾ ਪਲਾਨ ਬਣਾਇਆ ਹੈ। ਉਹਨੂੰ ਪਲੀਜ਼ ਧਿਆਨ ਨਾਲ ਸੁਣੋ ਕਿ ਕਿਵੇਂ ਕਰਨਾ ਹੈ। obviously it is not possible। ਕਈ ਬੱਚੇ ਮੈਨੂੰ ਫੋਨ ਕਰ ਰਹੇ ਕਿ ਮੈਮ ਹੋਏਗਾ ਕਿਵੇਂ, ਰਾਈਟ। ਉਹ ਕਿਵੇਂ ਕਰਨਾ ਹੈ, ਕਿਵੇਂ ਪੋਸੀਬਲ ਕਰਨਾ ਹੈ, that is what I have discussed in this ਵੀਡੀਓ। ਤਾਂ ਇਹਨੂੰ ਧਿਆਨ ਨਾਲ ਦੇਖੋ। ਦੋ ਸਬਜੈਕਟਸ ਜਦੋਂ ਤੁਸੀਂ ਇਕੱਠੇ ਲਾਉਂਗੇ ਵਿਦ ਦਿਸ ਇਨ ਮਾਈਂਡ, then 5 months ਚ ਤੁਸੀਂ ਪ੍ਰੀਲਿਮਸ ਦਾ ਸਿਲੇਬਸ ਕਵਰ ਕਰ ਪਾਓਗੇ ਐਂਡ ਯੂ ਵਿਲ ਬੀ ਇਨ ਅ ਪੋਜੀਸ਼ਨ ਟੂ ਰਾਈਟ ਦੀ ਐਗਜ਼ਾਮੀਨੇਸ਼ਨ। ਦੇਖੋ ਆਪਣੇ ਕੋਲ ਓਪਰਚੁਨਿਟੀ ਆ ਰਹੀ ਹੈ, ਅਸੀਂ ਤਾਂ ਉਹਦੇ ਲਈ ਟਰਾਈ ਹੀ ਕਰ ਸਕਦੇ ਆ ਨਾ। ਐਂ ਤਾਂ ਨਹੀਂ ਕਿ ਵਿਹਲੇ ਬੈਠੇ ਰਹੀਏ ਜੀ ਆਏਗਾ ਐਗਜ਼ਾਮ ਮੈਂ ਤਾਂ ਨਹੀਂ ਕਲੀਅਰ ਕਰ ਸਕਦਾ, ਮੇਰੀ ਤਾਂ ਤਿਆਰੀ ਨਹੀਂ ਸ਼ੁਰੂ ਹੋਈ ਹੈ। ਐਟਲੀਸਟ ਵੀ ਕੈਨ ਟਰਾਈ। ਕੀ ਪਤਾ 6 7 8 ਕਿੰਨੇ ਮਹੀਨੇ ਲੱਗ ਜਾਣ ਨੋਟੀਫਿਕੇਸ਼ਨ ਆਉਣ ਨੂੰ, ਵੀ ਕੈਨੋਟ ਪ੍ਰੈਡਿਕਟ ਐਨੀਥਿੰਗ, ਰਾਈਟ। ਸੋ ਜਦ ਤੱਕ ਪ੍ਰੀਲਿਮਸ ਆਏਗਾ ਤੁਹਾਡੇ ਕੋਲ 4 ਤੋਂ 5 ਮਹੀਨੇ ਵੀ ਆਰ ਪ੍ਰੈਡਿਕਟਿੰਗ ਕੀ ਹੋਣਗੇ, ਰਾਈਟ। ਵੈਸੇ ਤਾਂ ਕੋਈ ਸਰਟਨਿਟੀ ਨਹੀਂ ਹੈ, ਬਟ ਜਿਵੇਂ ਮੈਂ ਕਿਹਾ ਅਸੀਂ ਹੋਪ ਕਰ ਸਕਦੇ ਹਾਂ ਤੇ ਟਰਾਈ ਕਰ ਸਕਦੇ ਹਾਂ, ਰਾਈਟ। ਸੋ ਉਹੀ ਹੋਪ ਨੂੰ ਰਿਐਲਿਟੀ 'ਚ ਕਨਵਰਟ ਕਰਨ ਲਈ ਵਰਕ ਹਾਰਡ ਕਰੋ। ਇਹ ਵੀਡੀਓ ਤੁਹਾਡੇ ਲਈ ਹੈ, ਇਹਨੂੰ ਡੈਡੀਕੇਟਡਲੀ ਦੇਖੋ ਐਂਡ ਟਰਾਈ ਟੂ ਫੋਲੋ ਇਟ, ਰਾਈਟ। ਕੋਈ ਵੀ ਇਸ਼ੂ ਆਵੇ, ਕੋਈ ਵੀ ਕੁਐਰੀ ਹੋਵੇ, ਜਸਟ ਕਨੈਕਟ ਵਿਦ ਮੀ ਔਨ ਦਿਸ ਨੰਬਰ, WhatsApp ਜਾਂ ਮੈਸੇਜ ਕਰ ਦੋ। I'll be there to assist you, right। now let's get into the discussion। I'll be quickly going through the discussion। ਠੀਕ ਹੈ ਜੀ, ਸਾਡੇ ਨਵੇਂ ਸਾਲ ਦੀ ਪਹਿਲੀ ਡਿਸਕਸ਼ਨ ਹੈ। ਜਿਹੜੇ ਇੰਪੋਰਟੈਂਟ ਪੁਆਇੰਟਸ ਹੈ ਮੈਂ ਤੁਹਾਡੇ ਨਾਲ ਮੋਟੇ ਕਵਰ ਕਰਾਂਗੀ। then you can read this document, you will get this document in the telegram channel। ਸਾਡਾ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ, there you check the details। ਠੀਕ ਹੈ ਜੀ। ਸੋ ਲੈਟਸ ਫਸਟ ਸਟਾਰਟ ਵਿਦ ਸਮ ਟੌਪਿਕਸ ਫਰਮ ਪੋਲਿਟੀ ਬਹੁਤ ਇੰਪੋਰਟੈਂਟ ਸਬਜੈਕਟ ਹੈ। ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਇਸ 'ਚੋਂ GS2 ਦੇ ਵਿੱਚ, ਰਾਈਟ। ਸੋ ਫਰਸਟ ਥਿੰਗ ਦੈਟ ਵੀ ਨੀਡ ਟੂ ਡਿਸਕਸ ਇਜ਼ ਇਲੈਕਟੋਰਲ ਇਸ਼ੂਜ਼, ਯਾਨੀ ਕਿ ਇੰਡੀਆ ਦਾ ਜਿਹੜਾ ਇਲੈਕਸ਼ਨ ਸਿਸਟਮ ਹੈ ਉਸ 'ਚ ਕਿਆ ਮੇਜਰ ਇਸ਼ੂਜ਼ ਆਬਜ਼ਰਵ ਕੀਤੇ ਜਾਂਦੇ ਹੈ। ਸੋ ਲਾਸਟ ਡਿਸਕਸ਼ਨ 'ਚ ਹੀ ਮੈਂ ਡਿਸਕਸ ਕੀਤਾ ਸੀ 3 ਮੇਜਰ ਇਸ਼ੂਜ਼ ਜੋ ਇੰਡੀਆ ਦੇ ਇਲੈਕਸ਼ਨਸ ਫੇਸ ਕਰ ਰਹੇ ਹੈ। ਪੁਰਾਣੇ ਟਾਈਮ ਦੀ ਬੂਥ ਕੈਪਚਰਿੰਗ ਫਿਰ ਤੋਂ ਹੋ ਰਹੀ ਹੈ। ਕਈ ਜਗ੍ਹਾਵਾਂ ਤੇ ਦੇਖਿਆ ਗਿਆ ਹੈ ਕਿ ਇੱਕੋਦਮ ਲਾਸਟ ਦੇ ਵਿੱਚ, ਜਿਵੇਂ ਸਮਝ ਲਓ 5 ਵਜੇ ਇਲੈਕਸ਼ਨ ਖਤਮ ਹੋਣੇ ਹੈ ਤਾਂ ਲਾਸਟ ਦੇ ਆਵਰਸ 'ਚ ਬਹੁਤ ਸਾਰੀ ਵੋਟਾਂ ਕੀਤੀਆਂ ਜਾ ਰਹੀਆਂ ਹੈ। ਸੋ ਬਹੁਤ ਸਾਰੇ ਐਕਟਿਵਿਸਟ ਇਹ ਕਹਿ ਰਹੇ ਨੇ ਕਿ ਐਵੇਂ ਕਿਵੇਂ ਇੱਕਦਮ ਐਂਡ ਤੇ ਡੇ ਦੇ ਐਂਡ ਤੇ ਸਭ ਵੋਟਾਂ ਹੋਣ ਲੱਗ ਗਈਆਂ ਹੈ। ਤਾਂ ਇਹਦਾ ਮਤਲਬ ਕੁਝ ਗਲਤ ਹੋ ਰਿਹਾ ਹੈ, ਕੁਝ ਇੰਡੀਕੇਸ਼ਨਸ ਹੈ ਕਿ ਬੂਥ ਕੈਪਚਰਿੰਗ ਹੈ। ਵੋਟਰ ਨੇਮਸ ਦੀ ਇੱਕੋਦਮ ਐਡੀਸ਼ਨ ਡਿਲੀਸ਼ਨ ਕੀਤੀ ਜਾ ਰਹੀ ਹੈ ਲਿਸਟ ਵਿੱਚ। ਅਗੇਨ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਪਏਗਾ ਕਿ ਐਵੇਂ ਬਲਕ 'ਚ ਕਿਵੇਂ ਨਾਮ ਐਡ ਜਾਂ ਡਿਲੀਟ ਹੋ ਰਿਹਾ ਹੈ। ਐਂਡ ਸਪੈਸ਼ਲੀ ਫਰਮ ਪਰਟੀਕੂਲਰ ਕਮਿਊਨਿਟੀਜ਼, ਰਿਲੀਜੀਅਸ ਕਮਿਊਨਿਟੀਜ਼, ਇਹ ਨਾਮ ਐਡ ਜਾਂ ਡਿਲੀਟ ਹੁੰਦੇ ਨੇ। then scheduling of elections is causing concern। ਠੀਕ ਹੈ, ਇਹ 3 ਪੁਆਇੰਟਸ ਮੈंने ਲਾਸਟ ਵੀਡੀਓ 'ਚ ਡਿਟੇਲ 'ਚ ਡਿਸਕਸ ਕੀਤੇ ਸੀ। ਯੂ ਕੈਨ ਚੈੱਕ ਦ ਲਾਸਟ ਡਿਸਕਸ਼ਨ ਵੀਕਸ, ਰਾਈਟ। ਹੁਣ ਨਵੇਂ ਇਸ਼ੂਜ਼ ਕਿਆ ਆਏ ਅੱਜ ਦੇ ਆਰਟੀਕਲ 'ਚ ਕਿ ਬਈ ਲੋਕਲ ਐਡਮਿਨਿਸਟ੍ਰੇਸ਼ਨ, ਜਿਵੇਂ ਕਿ ਦੇਖੋ ਆਪਣੇ ਮਿਊਨਿਸਪਲ ਕਮਿਸ਼ਨ ਹੁੰਦੀ ਹੈ ਜਾਂ ਪੰਚਾਇਤ ਹੁੰਦੀ ਆ, ਉਹ ਵੀ ਪਾਰਟੀਜ਼ ਨਾਲ ਰਿਲੇਟਡ ਹੁੰਦੇ ਆ। ਤੁਸੀਂ ਦੇਖੋ BJP ਦੇ ਮੈਂਬਰ ਜਾਂ ਕਾਂਗਰਸ ਦੇ ਮੈਂਬਰਸ ਹੋ ਸਕਦੇ ਆ, ਅਕਾਲੀ ਦਲ ਦੇ ਹੋ ਸਕਦੇ ਹੈ, ਜਿਵੇਂ ਹੈ ਨਾ। ਤਾਂ ਉਹ ਵੀ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਲ ਇਲੈਕਸ਼ਨਸ ਜਿਹੜੇ ਹੁੰਦੇ ਆ ਉਹਨਾਂ ਦੇ ਏਰੀਆ ਦੇ ਵਿੱਚ, ਤਾਂ ਕਿ ਉਹਨਾਂ ਦੀ ਪਾਰਟੀ ਦੇ ਲੋਕ ਜਿੱਤਣ।
ठीक है। ਤੇ ਹੁਣ ਸਭ ਤੋਂ ਵੱਡਾ ਕੰਸਰਨ ਜਿਹੜਾ ਲੇਟੈਸਟ ਸਾਡੇ ਸਾਹਮਣੇ ਆਇਆ ਨਿਊਜ਼ ਵਿੱਚ, ਕੰਡਕਟ ਆਫ ਇਲੈਕਸ਼ਨ ਰੂਲਸ ਦੇ ਵਿੱਚ ਚੇਂਜਸ ਕੀਤੇ ਜਾ ਰਹੇ ਨੇ। ਪਹਿਲਾਂ ਆਪਾਂ ਕਦੀ ਵੀ ਇਲੈਕਸ਼ਨ ਕਮਿਸ਼ਨ ਨੂੰ ਆਰਟੀਆਈ ਪਾ ਕੇ, ਗਵਰਨਮੈਂਟ ਨੂੰ ਆਰਟੀਆਈ ਪਾ ਕੇ ਕਿਸੇ ਵੀ ਪੋਲਿੰਗ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਦੇਖ ਸਕਦੇ ਸੀ ਕਿ ਵੀ ਉੱਥੇ ਕੁਝ ਗਲਤ ਤਾਂ ਨਹੀਂ ਹੋਇਆ, ਜਿਵੇਂ ਬੂਥ ਕੈਪਚਰਿੰਗ, ਨਕਲੀ ਵੋਟਾਂ ਕਰਨੀਆਂ, ਇਹੋ ਜਿਹਾ ਕੁਝ ਅਗਰ ਹੋਇਆ ਵੀ ਕੈਨ ਸੀ। ਇਸ ਲਈ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ 'ਚ ਚੰਡੀਗੜ੍ਹ ਮਿਊਨਿਸਪੈਲਿਟੀ ਇਲੈਕਸ਼ਨ ਦਾ ਇੱਕ ਆਫੀਸਰ ਜਿਹੜਾ ਹੈ ਖੁਦ ਹੀ ਵੋਟਾਂ ਤੇ ਸਟੈਂਪ ਲਾ ਕੇ ਵੋਟਸ ਪਾ ਰਿਹਾ ਹੁੰਦਾ, ਸਮਥਿੰਗ ਲਾਈਕ ਦੈਟ ਵਾਸ ਹੈਪਨਿੰਗ। ਉਹ ਸੀਸੀਟੀਵੀ ਫੁਟੇਜ ਤੋਂ ਹੀ ਪਤਾ ਚੱਲਿਆ ਸਭ ਨੂੰ। ਬਟ ਹੁਣ ਕਿਆ ਚੇਂਜ ਕੀਤਾ ਗਿਆ ਹੈ ਕਿ ਸੀਸੀਟੀਵੀ ਫੁਟੇਜ ਹੀ ਨਹੀਂ ਦਿੱਤੀ ਜਾਏਗੀ। ਗਵਰਨਮੈਂਟ ਨੇ ਲਾਅ 'ਚ ਕੰਡਕਟ ਆਫ ਇਲੈਕਸ਼ਨ ਰੂਲਸ 'ਚ ਇਹ ਚੇਂਜ ਕਰ ਦਿੱਤਾ ਹੈ ਕਿ ਸੀਸੀਟੀਵੀ ਫੁਟੇਜ ਜਿਹੜੀ ਹੈ ਨਹੀਂ ਦਿੱਤੀ ਜਾਏਗੀ। ਨਾਓ ਦਿਸ ਇਜ਼ ਅ ਵੈਰੀ ਵੈਰੀ ਬਿਗ ਕ੍ਰਾਈਸਿਸ ਟੂ ਇੰਡੀਅਨ ਡੈਮੋਕ੍ਰੇਸੀ ਐਂਡ ਐਕਟਿਵਿਸਟਸ ਆਰ ਵੈਰੀ ਮਚ ਕੰਸਰਨ ਐਂਡ ਲੈਟਸ ਸੀ ਕਿ ਕੀ ਹੁੰਦਾ ਹੈ। ਬਟ ਸਾਡੇ ਐਗਜ਼ਾਮ ਲਈ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਸੱਚੀ ਸਾਡੇ ਇਲੈਕਸ਼ਨਸ ਦੀ ਟਰਾਂਸਪੇਰੈਂਸੀ ਨੂੰ ਬਹੁਤ ਹੀ ਜ਼ਿਆਦਾ ਇੰਪੈਕਟ ਕਰਨ ਵਾਲਾ ਹੈ। ਰਾਈਟ, ਸੋ ਇਹ ਪੁਆਇੰਟ ਤੁਸੀਂ ਯਾਦ ਰੱਖਣਾ ਹੈ। ਦਿਸ ਇਜ਼ ਆਲ ਦ ਡਿਟੇल्स ਕਿ ਕਿਆ ਚੇਂजेस ਹੈ। ਸੋ ਇਹ ਸਮਝ ਲਓ ਸਾਡਾ ਜੋ ਕੰਡਕਟ ਆਫ ਇਲੈਕਸ਼ਨਸ ਦਾ ਰੂਲ 93 ਸੀ, ਦਿਸ ਇਜ਼ ਲਾਈਕ ਆਰਟੀਆਈ, ਰਾਈਟ ਟੂ ਇਨਫੋਰਮੇਸ਼ਨ ਦਾ ਸਾਡਾ ਪਾਰਟ ਹੈ ਵਿਚ ਇਜ਼ ਆਰ ਕਨਸਟੀਟਿਊਸ਼ਨਲ ਰਾਈਟ। ਇਹ ਰਾਈਟ ਤੇ ਇਨਫ੍ਰਿੰਜ ਵੀ ਕੀਤਾ ਜਾ ਰਿਹਾ ਹੈ ਥਰੂ ਦਿਸ ਚੇਂਜ ਇਨ ਦੀ ਕੰਡਕਟ ਆਫ ਇਲੈਕਸ਼ਨਸ ਰੂਲ। ਰਾਈਟ, ਸੋ ਆਰਟੀਆਈ ਦਾ ਵੀ ਕੋਈ ਐਗਜ਼ਾਮਪਲ ਜਾਂ ਕੁਐਸਚਨ ਆਵੇ ਉਸ 'ਚ ਤੁਸੀਂ ਐਜ਼ ਐਨ ਐਗਜ਼ਾਮਪਲ ਇਹ ਰੂਲਸ ਦੇ ਚੇਂजेस ਨੂੰ ਯੂਜ਼ ਕਰ ਸਕਦੇ ਹੋ। right, so remember this is a very important topic. Now next article ਕਹਿ ਰਿਹਾ ਹੈ ਕਿ ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਕਿਆ ਇਸ਼ੂਜ਼ ਹੈ। ਇੰਡੀਆ ਤੁਸੀਂ ਦੇਖੋ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਮਾਡਲ ਫੋਲੋ ਕਰਦਾ ਹੈ। what does parliamentary democracy means? that ਦੇਖੋ ਸਾਡੇ ਇੱਥੇ ਇਲੈਕਸ਼ਨਸ ਹੁੰਦੇ ਹੈ, ਇਲੈਕਸ਼ਨਸ ਕੰਡਕਟ ਕਰਕੇ ਅਸੀਂ ਆਪਣੇ ਰਿਪਰੈਜ਼ੈਂਟੇਟਿਵ ਚੂਜ਼ ਕਰਦੇ ਹਾਂ। ਇਹ ਰਿਪਰੈਜ਼ੈਂਟੇਟਿਵ ਪਾਰਲੀਮੈਂਟ 'ਚ ਬੈਠ ਕੇ ਡਿਬੇਟ ਡਿਸਕਸ਼ਨਸ ਦੇ ਥਰੂ ਸਾਡੇ ਲਈ ਲਾਜ਼ ਬਣਾਉਂਦੇ ਨੇ। this is what is basically parliamentary democracy. but ਇਹ ਦੇਖੋ ਆਪਾਂ ਨੂੰ ਬਹੁਤ ਅੱਛਾ ਲੱਗ ਸਕਦਾ ਹੈ ਸਿਸਟਮ ਬਿਕੋਜ਼ ਵੀ ਆਰ ਇਲੈਕਟਿੰਗ ਆਰ ਰਿਪਰੈਜ਼ੈਂਟੇਟਿਵ, ਉਹ ਸਾਡੇ ਲਈ ਕੰਮ ਕਰ ਰਿਹਾ ਹੈ। ਬਟ ਇਹਦੇ ਵੀ ਕਾਫੀ ਸਾਰੇ ਇਸ਼ੂਜ਼ ਨੇ। ਉਹ ਇਸ਼ੂਜ਼ ਕਿਆ ਨੇ ਉਹ ਆਰਟੀਕਲ ਡਿਸਕਸ ਕਰ ਰਿਹਾ। ਫਰਸਟ ਇਸ਼ੂ ਹੈ ਪੋਪੂਲਿਜ਼ਮ, ਯਾਨੀ ਕਿ ਪਾਰਟੀਜ਼ ਸਾਨੂੰ ਬਹਿਲਾ ਫਿਸਲਾ ਕੇ ਵੋਟਰਾਂ ਨੂੰ ਕਹਿ ਕੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਵੋਟਸ ਜਿੱਤ ਲੈਂਦੀਆਂ ਏ ਤੇ ਪਾਰਲੀਮੈਂਟ 'ਚ ਬੈਠ ਜਾਂਦੀਆਂ ਨੇ ਤੇ ਬਟ ਫਿਰ ਆਪਦੇ ਲਈ ਜ਼ਿਆਦਾ ਕੰਮ ਕਰਦੀਆਂ ਰਾਦਰ ਦੈਨ ਵਰਕਿੰਗ ਫॉर द ਪੀਪਲ। ਠੀਕ ਹੈ, ਸੋ ਇਹ ਫਰਸਟ ਇਸ਼ੂ ਹੈ। ਸੈਕੰਡ ਇਸ਼ੂ ਹੈ ਸੈਂਟਰਲਾਈਜੇਸ਼ਨ ਆਫ ਪਾਵਰ। ਪਾਰਲੀਮੈਂਟਰੀ ਡੈਮੋਕ੍ਰੇਸੀ ਨਾਲ ਕੀ ਹੁੰਦਾ, ਸਾਰੀ ਪਾਵਰ ਪਾਰਲੀਮੈਂਟ ਦੇ ਹੱਥ 'ਚ ਆ ਜਾਂਦੀ ਹੈ। ਨਾ ਸਾਡੀ ਸਟੇਟ ਗਵਰਨਮੈਂਟ, ਨਾ ਸਾਡੀ ਲੋਕਲ ਗਵਰਨਮੈਂਟਸ ਜਿਹੜੀਆਂ ਕਿ ਸਾਡੇ ਕੋਲੇ ਬੈਠੀਆਂ ਹੈ ਵਿਚ ਕੈਨ ਡਾਇਰੈਕਟਲੀ ਬੀ ਹੈਲਡ ਅਕਾਊਂਟੇਬਲ ਬਾਈ ਅਸ। ਜਿਵੇਂ ਅਸੀਂ ਸਿੱਧਾ ਆਪਦੇ ਮਿਊਨਿਸਪਲ ਕਮਿਸ਼ਨਰ ਕੋਲ ਤਾਂ ਪਹੁੰਚ ਸਕਦੇ ਹਾਂ, ਬਟ ਕਿਆ ਅਸੀਂ ਸਿੱਧਾ ਮੋਦੀ ਜੀ ਕੋਲ ਪਹੁੰਚ ਸਕਦੇ ਹਾਂ? ਨਹੀਂ। ਸੋ ਇਹ ਸੈਂਟਰਲਾਈਜੇਸ਼ਨ ਆਫ ਪਾਵਰ ਕਰ ਰਹੀ ਹੈ। ਪਾਰਲੀਮੈਂਟ ਕੋਲ ਅਲਟੀਮੇਟ ਪਾਵਰ ਹੈ ਜਦਕਿ ਲੋਕਲ ਅਥਾਰਟੀਜ਼ ਕੋਲ ਲਿਮਿਟਿਡ ਪਾਵਰ ਰਹਿ ਜਾਂਦੀ ਹੈ। ਰਾਈਟ, ਥਰਡ ਇਸ਼ੂ ਹੈ ਇਲੈਕਸ਼ਨਸ ਦੇ ਕੰਡਕਟ ਤੇ ਐਡਾ ਵੱਡਾ ਫਾਈਨੈਂਸ਼ੀਅਲ ਬਰਡਨ ਤੇ ਬਹੁਤ ਸਾਰਾ ਇਹ ਪੈਸਾ ਜਿਹੜਾ ਹੈ ਕਾਰਪੋਰੇਟਸ ਫਾਈਨੈਂਸ ਕਰਦੀਆਂ ਹੈ। ਅਗਰ ਤੁਸੀਂ ਡਾਟਾ ਦੇਖੋ ਇਲੈਕਸ਼ਨ ਫੰਡਿੰਗ 84% ਦੇ ਅਰਾਊਂਡ ਬਿਜ਼ਨੈਸਿਸ ਕਰ ਰਹੇ ਨੇ, ਕਾਰਪੋਰੇਟਸ ਕਰ ਰਹੇ ਨੇ। ਇਹ ਗਿਵਸ ਥ੍ਰੈਟ ਆਫ ਕੈਪਚਰਡ ਸਟੇਟ ਆਲਸੋ ਕਿ ਸਟੇਟ ਜਿਹੜੀ ਆ ਉਹ ਕਾਰਪੋਰੇਟਸ ਲਈ ਹੀ ਕੰਮ ਕਰਦੀ ਹੈ, ਗਵਰਨਮੈਂਟ ਸਾਡੇ ਲਈ ਕੰਮ ਕਰਨ ਤੋਂ ਜ਼ਿਆਦਾ। ਰਾਈਟ, ਸੋ ਸਾਨੂੰ ਲੱਗ ਸਕਦਾ ਹੈ ਕਿ ਅਸੀਂ ਆਪਦੇ ਰਿਪਰੈਜ਼ੈਂਟੇਟਿਵ ਚੁਣ ਰਹੇ ਹਾਂ ਬਟ ਐਕਚੁਅਲੀ ਥੀਸ ਪੀਪਲ ਆਰ ਮੇਕਿੰਗ ਦੀ ਗਵਰਨਮੈਂਟਸ, ਦੇ ਆਰ ਦ ਗਵਰਨਮੈਂਟ ਮੇਕਰਸ ਐਕਚੁਅਲੀ। ਤਾਂ ਇਹਨਾਂ ਲਈ ਪਾਲਿਸੀਜ਼ ਬਣਦੀਆਂ ਹੈ। ਤਾਂ ਹੀ ਤੁਸੀਂ ਦੇਖੋ ਅਡਾਨੀ ਅਡਵਾਨੀ ਅੰਬਾਨੀ ਐਂਡ ਆਲ ਦਾ ਇਸ਼ੂ ਚੱਲਦਾ ਰਹਿੰਦਾ ਹੈ। ਦਿਸ ਇਜ਼ ਦੈਟ ਕਨਸੈਪਟ ਇਟਸੈਲਫ। ਠੀਕ ਹੈ ਜੀ, ਸੋ ਰੀਅਲ ਲਾਈਫ ਐਗਜ਼ਾਮਪਲ 'ਚ ਤਾਂ ਇਹੋ ਜਿਹੇ ਨਾਮ ਨਾ ਲਿਖੋ, ਕੰਟਰੋਵਰਸ਼ੀਅਲ ਨਾਮ ਹੁੰਦੇ ਹੈ, ਬਟ ਸਮਝਣ ਲਈ ਇਹ ਚੀਜ਼ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਹੈ। ਰਾਈਟ, ਪੇਪਰਾਂ 'ਚ ਆਪਾਂ ਇਹ ਸਭ ਵਰਡਸ ਨਹੀਂ ਲਿਖਣੇ ਹੈ। ਥੀਸ ਆਰ ਆਲ ਕੰਟਰੋਵਰਸ਼ੀਅਲ ਥਿੰਗਸ, ਇਟ ਵਿਲ ਇੰਪੈਕਟ ਆਰ ਪਰਫਾਰਮੈਂਸ। ਅਗਰ ਐਂਡ ਗੋਲ ਆਪਣਾ ਐਗਜ਼ਾਮ ਕਲੀਅਰ ਕਰਨ ਦਾ ਹੈ ਤਾਂ ਆਪਾਂ ਇਹ ਐਗਜ਼ਾਮਪਲਸ ਨਹੀਂ ਲਿਖਾਂਗੇ। ਰਾਈਟ, ਨੈਕਸਟ ਛੋਟੀ ਜਿਹਾ ਡਾਟਾ ਆਇਆ ਹੈ ਕਿ ਪ੍ਰਾਈਵੇਟ ਮੈਂਬਰਸ ਬਿੱਲ। ਹੁਣ ਪ੍ਰਾਈਵੇਟ ਮੈਂਬਰਸ ਬਿੱਲ ਕਿਆ ਹੁੰਦੇ ਆ ਤੁਸੀਂ ਮੈਨੂੰ ਦੱਸੋਗੇ ਕਮੈਂਟ ਸੈਕਸ਼ਨ 'ਚ, ਰਾਈਟ ਇਟ ਇਨ ਦ ਕਮੈਂਟ ਸੈਕਸ਼ਨ ਵਾਟ ਆਰ ਪ੍ਰਾਈਵੇਟ ਮੈਂਬਰਸ ਬਿੱਲ। ਰਾਈਟ, ਬਟ ਇਹ ਡਾਟਾ ਸਾਨੂੰ ਇੱਥੇ ਦਿੱਤਾ ਜਾ ਰਿਹਾ ਹੈ ਕਿ ਪ੍ਰਾਈਵੇਟ ਮੈਂਬਰਸ ਬਿਲਸ ਕਿੰਨੇ ਕੁ ਡਿਸਕਸ ਹੁੰਦੇ ਨੇ। ਅਸੀਂ ਅਗਰ ਲਾਸਟ ਲੋਕ ਸਭਾ ਦੀ ਗੱਲ ਕਰੀਏ 17th ਲੋਕ ਸਭਾ ਜਿਹਦੇ 5 ਸਾਲ ਕੰਪਲੀਟ ਹੋ ਗਏ ਤੇ ਹੁਣ ਆਪਣੀ 18th ਲੋਕ ਸਭਾ ਚੱਲ ਰਹੀ ਹੈ, ਇਹਦੀ ਅਗਰ ਲੋਕ ਸਭਾ 'ਚ ਦੇਖੀਏ ਸਿਰਫ 9 ਘੰਟੇ ਦਿੱਤੇ ਗਏ ਪ੍ਰਾਈਵੇਟ ਮੈਂਬਰਸ ਬਿੱਲ ਨੂੰ ਤੇ ਰਾਜ ਸਭਾ 'ਚ ਸਿਰਫ 27 ਘੰਟੇ ਦਿੱਤੇ ਗਏ ਨੇ। ਰਾਈਟ, ਦਿਸ ਇਜ਼ ਅ ਵੈਰੀ ਵੈਰੀ ਲੋ ਟਾਈਮ। ਤੁਸੀਂ ਖੁਦ ਸੋਚੋ 5 ਸਾਲਾਂ 'ਚ ਪ੍ਰਾਈਵੇਟ ਮੈਂਬਰਸ ਬਿੱਲ ਲਈ ਯਾਨੀ ਕਿ ਨਾਨ ਗਵਰਨਮੈਂਟਲ ਬਿੱਲ ਲਈ ਸਿਰਫ ਇੰਨਾ ਟਾਈਮ ਡਿਵੋਟ ਕੀਤਾ ਗਿਆ ਹੈ। ਸੋ ਆਪਣੀ ਓਪੋਜੀਸ਼ਨ ਤਾਂ ਬਿਲਕੁਲ ਹੀ ਇਨਇਫੈਕਟਿਵ ਹੋਈ। ਦੈਟ ਮੀਨਸ ਬਾਕੀ ਐਮਪੀਜ਼ ਜਿਹੜੇ ਆਪਣੇ ਰਿਪਰੈਜ਼ੈਂਟੇਟਿਵਸ ਹੈ ਜਿਹੜੇ ਗਵਰਨਮੈਂਟ ਦਾ ਪਾਰਟ ਨਹੀਂ ਬਣੇ ਉਹ ਤਾਂ ਬਿਲਕੁਲ ਹੀ ਯੂਜ਼ਲੈਸ ਹੋਏ, ਉਹ ਤਾਂ ਰਿਪਰੈਜ਼ੈਂਟੇਟਿਵ ਹੀ ਨਹੀਂ ਹੋਏ। ਦਿਸ ਇਜ਼ ਆਲਸੋ ਅ ਚੈਲੰਜ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ।
ਰਾਈਟ। ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਇੱਕ ਇੰਪੋਰਟੈਂਟ ਇਨਸਟਰੂਮੈਂਟ ਹੈ ਸਾਰੇ ਏਰੀਆਜ਼ ਦੇ ਐਮਪੀਜ਼ ਦੀ ਵੌਇਸ ਲਈ, ਉਹੀ ਇਫੈਕਟਿਵਲੀ ਨਹੀਂ ਕੰਮ ਕਰ ਰਿਹਾ। ਦਿਸ ਪੁਆਇੰਟ ਯੂ ਕੈਨ ਐਡ देयर ਆਲਸੋ, ਬਟ ਇੰਡੀਵਿਜੂਅਲੀ ਆਲਸੋ ਦਿਸ ਡਾਟਾ ਇਜ਼ ਵੈਰੀ ਕ੍ਰੂਸ਼ਲ। ਆਈ ਹੋਪ ਯੂ ਆਰ ਅੰਡਰਸਟੈਂਡਿੰਗ। ਇਹ ਸਭ ਅਗਰ ਤੁਸੀਂ ਬੇਸਿਕਸ ਪੜ੍ਹੇ ਹੈ ਪੋਲਿਟੀ ਦੇ, ਯੂ ਵਿਲ ਨੋ ਅਬਾਊਟ ਇਟ। ਅਗਰ ਤੁਸੀਂ ਬੇਸਿਕਸ ਨਹੀਂ ਪੜ੍ਹੇ, ਪਲੀਜ਼ ਕਲਾਸਿਸ ਲਗਾਓ। ਜੀਐਸ ਦਾ ਬੈਚ ਸਾਡਾ ਚੱਲ ਰਿਹਾ ਹੈ, ਪੋਲਿਟੀ ਮੈਂ ਹੀ ਤੁਹਾਨੂੰ ਪੜ੍ਹਾਉਣੀ ਹੈ ਡਿਟੇਲ ਦੇ ਵਿੱਚ। ਇਹ ਸਭ ਚੀਜ਼ਾਂ ਉਸ ਚ ਕਲਾਸਿਸ ਚ ਵੀ ਡਿਸਕਸ ਕੀਤੀਆਂ ਹੈ। ਸੋ ਪਲੀਜ਼ ਸਟੱਡੀ ਵਾਈਜ਼ਲੀ। ਹੁਣ ਵੇਟ ਨਾ ਕਰਦੇ ਰਹੋ ਕਿ ਕੱਲ੍ਹ ਨੂੰ ਸ਼ੁਰੂ ਕਰਾਂਗੇ, 10 ਦਿਨਾਂ ਬਾਅਦ ਸ਼ੁਰੂ ਕਰਾਂਗੇ। ਦੇਰ ਇਜ਼ ਲਿਮਿਟਡ ਨੰਬਰ ਆਫ ਡੇਜ਼ ਦੈਟ ਯੂ ਹੈਵ, ਸੋ ਯੂਟਿਲਾਈਜ਼ them properly। ਸਟਾਰਟ ਨਾਓ ਵਿਦ ਦ ਪਲਾਨ that I have given you। ਜਨਵਰੀ ਤੋਂ ਹੀ ਉਹ ਪਲਾਨ ਸ਼ੁਰੂ ਹੋ ਰਿਹਾ ਹੈ, ਉਹਨੂੰ ਸ਼ੁਰੂ ਕਰੋ, ਰਿਵਿਜ਼ਨ ਕਰੋ, ਚਾਹੇ ਸਟਾਰਟਿੰਗ ਤੋਂ ਸਟਾਰਟ ਕਰੋ, whichever your level is, but start somewhere। ਠੀਕ ਹੈ ਜੀ, that is there। ਨਾਓ ਨੈਕਸਟ ਆਰਟੀਕਲ ਆਇਆ ਹੈ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਾਈਮਲਟੇਨੀਅਸ ਪੋਲਸ, ਜਿਹਨੂੰ ਆਪਾਂ ਕਹਿੰਦੇ ਹੈ ਪੂਰੀ ਕੰਟਰੀ ਚ ਸੈਂਟਰਲ ਲੈਵਲ ਤੇ ਸਟੇਟ ਲੈਵਲਸ ਤੇ ਇਕੱਠੇ ਇਲੈਕਸ਼ਨਸ ਹੋਣ ਤੇ ਕਾਫੀ ਤੁਹਾਨੂੰ ਪਤਾ ਡਿਸਕਸ਼ਨ ਚੱਲ ਰਹੀ ਹੈ। ਆਲਰੇਡੀ ਬਿੱਲ ਇਹਦੇ ਲਈ ਇੰਟਰੋਡਿਊਸ ਕਰ ਦਿੱਤਾ ਹੈ ਗਵਰਨਮੈਂਟ ਨੇ ਪਾਰਲੀਮੈਂਟ ਵਿੱਚ। ਇਹਦੇ ਇਸ਼ੂਜ਼ ਕਿਆ ਹੈ, ਵੈਸੇ ਮੈंने ਬਹੁਤ ਐਕਸਟੈਂਸਿਵਲੀ ਇਹ ਬਹੁਤ ਵਾਰ ਡਿਸਕਸ ਕੀਤਾ ਹੈ, ਬਟ ਅੱਜ ਇਹ ਆਰਟੀਕਲ ਚ 3 ਇਸ਼ੂਜ਼ ਆਏ ਸੀ। ਸੋ ਆਈ ਵਿਲ ਡਿਸਕਸ ਥੀਸ 3 ਇਸ਼ੂਜ਼। देयर आर ਮੈਨੀ ਅਦਰ ਇਸ਼ੂਜ਼, ਸੋ ਤੁਸੀਂ ਕੰਪਾਈਲੇਸ਼ਨਸ ਚ ਦੇਖੋਗੇ। ਠੀਕ ਹੈ। ਸੋ ਫਰਸਟ ਇਸ਼ੂ ਹੈ ਸੈਂਟਰਲਾਈਜੇਸ਼ਨ ਵਰਸਸ ਫੈਡਰਲਿਜ਼ਮ। ਜਦੋਂ ਇੱਕ ਵਾਰ ਚ ਇਲੈਕਸ਼ਨ ਹੋਣਗੇ ਤਾਂ ਸੈਂਟਰਲ ਪਾਰਟੀ ਦੇ ਜਿੱਤਣ ਦਾ ਜ਼ਿਆਦਾ ਰਿਸਕ ਰਹਿੰਦਾ ਹੈ। ਲੋਕਲ ਇਸ਼ੂਜ਼, ਲੋਕਲ ਪਾਰਟੀਜ਼ ਸਾਈਡ ਟਰੈਕ ਹੋ ਜਾਂਦੀਆਂ ਹੈ। ਤਾਂ ਸਾਰੇ ਕਿਤੇ ਤੁਸੀਂ ਸਮਝ ਲਓ ਬੀਜੇਪੀ ਜਾਂ ਕਾਂਗਰਸ ਦੀ ਸਰਕਾਰ ਦੇਖੋਗੇ ਤਾਂ ਸੈਂਟਰ ਦਾ ਜ਼ਿਆਦਾ ਦਬਦਬਾ ਰਹੇਗਾ। ਸਾਰੇ ਕਿਤੇ ਬੀਜੇਪੀ ਦੀ ਸਰਕਾਰ ਰਹੇਗੀ ਤਾਂ ਜੋ ਸੈਂਟਰ ਤੋਂ ਡਾਇਰੈਕਸ਼ਨਸ ਆਣਗੀਆਂ ਸਟੇਟ ਦੀ ਸਰਕਾਰਾਂ, ਵਿਚ ਵਿਲ ਆਲਸੋ ਬੀ ਬੀਜੇਪੀ, ਦੇ ਵਿਲ ਬੀ ਇੰਪਲੀਮੈਂਟਿੰਗ ਦੋਜ਼ ਸੇਮ ਗਾਈਡਲਾਈਨਸ। ਸਟੇਟ ਦੇ ਇਸ਼ੂਜ਼ ਮੇ ਬੀ ਸਾਈਡਲਾਈਨ ਹੋ ਜਾਣ ਤੇ ਜਿਹੜਾ ਸੈਂਟਰ ਦਾ ਮੁੱਦਾ ਹੈ ਉਹ ਰਹੇਗਾ। ਜਿਵੇਂ ਕਿ ਐਗਜ਼ਾਮਪਲ ਆਪਾਂ ਲਈਏ ਫਾਰਮਰ ਇਸ਼ੂਜ਼, ਫਾਰਮਰ ਬਿਲਸ ਬਣਾ ਦਿੱਤੇ ਸੀ 3, ਜਿਹੜੇ ਕਿ ਹੁਣ ਤਾਂ ਸਟ੍ਰਾਈਕ ਡਾਊਨ ਹੋ ਗਏ, ਬਟ ਲੈਟਸ ਸੇ ਕਿ ਸੈਂਟਰ ਤੇ ਬੀਜੇਪੀ ਸਰਕਾਰ ਨੇ ਬਣਾ ਦਿੱਤੇ ਹੈ, ਜਾਂ ਐਕਸ ਸਰਕਾਰ ਨੇ ਲੈਟਸ ਸੇ ਬਣਾ ਦਿੱਤੇ ਨੇ, ਰਾਈਟ। ਹੁਣ ਅਗਰ ਪੰਜਾਬ ਦੇ ਵਿੱਚ ਆਲਦੋ ਅਲਾਈਅੰਸ ਵਾਲੀ ਸੈਡ ਹੀ ਸੀ, ਬਟ ਐਕਚੁਅਲੀ ਉਹ ਬੀਜੇਪੀ ਤਾਂ ਨਹੀਂ, ਅਲਾਈਅੰਸ ਦੀ ਪਾਰਟੀ ਆ, ਉਹਨਾਂ ਨੇ ਅਲਾਈਅੰਸ ਖਤਮ ਕਰਤੀ, ਬਟ ਲੈਟਸ ਸੇ ਕਿ ਇੱਥੇ ਬੀਜੇਪੀ ਦੀ ਹੀ ਜਾਂ ਐਕਸ ਸਰਕਾਰ ਹੀ ਹੈ, ਰਾਈਟ। ਐਕਸ ਸਰਕਾਰ ਵਿਲ ਓਬਵੀਅਸਲੀ ਇੰਪਲੀਮੈਂਟ ਵਟਐਵਰ ਦ ਸੈਂਟਰ ਇਜ਼ ਸੇਇੰਗ। ਸਟੇਟ ਤੇ ਵੀ ਐਕਸ ਸਰਕਾਰ ਦੇ ਹੀ ਬੰਦੇ ਨੇ, ਦੇ ਵਿਲ ਓਬਵੀਅਸਲੀ ਇੰਪਲੀਮੈਂਟ। ਉਹਨੂੰ ਕ੍ਰਿਟਿਸਾਈਜ਼ ਥੋੜੀ ਕਰਨਗੇ ਜਾਂ ਕੈਂਸਲ ਥੋੜੀ ਕਰਨਗੇ, ਰਾਈਟ। ਸੋ ਇਹ ਇਸ਼ੂ ਆ ਜਾਂਦਾ ਹੈ ਅਗਰ ਵਨ ਨੇਸ਼ਨ ਵਨ ਇਲੈਕਸ਼ਨ ਹੋਣਗੇ। ਇਟ ਇਜ਼ ਲਾਈਕਲੀ ਕਿ ਸੈਂਟਰ ਤੇ ਸਟੇਟ ਤੇ ਸੇਮ ਪਾਰਟੀ ਦੀ ਸਰਕਾਰਾਂ ਹੋਣਗੀਆਂ। ਇਟ ਵਿਲ ਲੀਡ ਟੂ ਸੈਂਟਰਲਾਈਜੇਸ਼ਨ ਰਾਦਰ ਦੈਨ ਲੋਕਲ ਇਸ਼ੂਜ਼ ਬੀਇੰਗ ਟੇਕਨ ਇਨਟੂ ਅਕਾਊਂਟ। ਠੀਕ ਹੈ ਜੀ। ਸੈਕਿੰਡ ਇਸ਼ੂ ਹੈ ਕਿ ਲੋਕਾਂ ਦੀ ਪਾਰਟਿਸਿਪੇਸ਼ਨ ਇਸ ਪੂਰੇ ਬਿੱਲ ਵਿੱਚ ਬਹੁਤ ਲਿਮਿਟਡ ਦਿਖ ਰਹੀ ਹੈ। ਸਰਕਾਰ ਆਪਦੇ ਅਕੋਰਡਿੰਗ ਬਿਲਸ ਬਣਾ ਰਹੀ ਹੈ, ਬਟ ਪੀਪਲਸ ਪਾਰਟਿਸਿਪੇਸ਼ਨ ਇਨ ਮੇਕਿੰਗ ਦਿਸ ਬਿੱਲ, ਇਨ ਡਿਸਕਸ਼ਨਸ ਔਨ ਦਿਸ ਬਿਲਸ ਇਜ਼ ਵੈਰੀ ਲਿਮਿਟਡ। ਥਰਡ, ਇਲੈਕਟੋਰਲ ਅਕਾਊਂਟੇਬਿਲਿਟੀ ਇਹਦੇ ਨਾਲ ਘਟ ਜਾਂਦੀ ਹੈ। ਦੇਖੋ ਹੁਣ ਕੀ ਹੁੰਦਾ, ਪਹਿਲਾਂ ਸੈਂਟਰ ਤੇ ਇਲੈਕਸ਼ਨਸ, ਫਿਰ ਸਟੇਟਾਂ 'ਚ ਇਲੈਕਸ਼ਨ ਆ ਜਾਂਦੇ ਹੈ। ਦੇਰ ਇਜ਼ ਰੈਗੂਲਰ ਅਕਾਊਂਟੇਬਿਲਿਟੀ ਦੈਟ ਇਜ਼ ਹੈਪਨਿੰਗ। ਵੀ ਆਰ ਚੈਕਿੰਗ ਦੀ ਗਵਰਨਮੈਂਟ ਅਗੇਨ ਐਂਡ ਅਗੇਨ। ਕਦੀ ਪੰਜਾਬ 'ਚ ਇਲੈਕਸ਼ਨ ਹੋ ਰਿਹਾ ਹੈ, ਕਦੀ ਮਹਾਰਾਸ਼ਟਰ 'ਚ। ਤਾਂ ਗਵਰਨਮੈਂਟ ਨੂੰ ਹਮੇਸ਼ਾ ਅੱਛਾ ਕੰਮ ਕਰਦੇ ਰਹਿਣਾ ਪੈਂਦਾ ਹੈ, ਅਦਰਵਾਈਜ਼ ਪਾਰਟੀਆਂ ਲੂਜ਼ ਹੋ ਜਾਣ ਕਿ ਬਈ 5 ਸਰਕਾਰ ਲਈ ਤਾਂ ਆਪਾਂ 5 ਸਾਲ ਲਈ ਤਾਂ ਆਪਾਂ ਪੱਕੇ ਹੋ ਗਏ, ਹੁਣ ਆਪਾਂ ਕੁਝ ਕਰੀਏ ਨਾ ਕਰੀਏ, ਰਾਈਟ। ਸੋ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਇਹੀ ਹੋਏਗਾ ਕਿ 5 ਸਾਲਾਂ ਲਈ ਸਰਕਾਰ ਸਾਰੇ ਕਿਤੇ ਪੱਕੀ ਹੋ ਜਾਏਗੀ। ਇਟ ਮਾਈਟ ਰਿਡਿਊਸ देयर ਅਕਾਊਂਟੇਬਿਲਿਟੀ ਟੂਵਰਡਸ ਦੀ ਪੀਪਲ, ਦੈਟ ਇਜ਼ ਦੀ ਬਿਗ ਇਸ਼ੂ। ਠੀਕ ਹੈ ਜੀ। ਸੋ ਇਹ ਮੇਜਰ ਇਸ਼ੂਜ਼ ਨੇ, ਇਹਨਾਂ ਨੂੰ ਯਾਦ ਰੱਖੋ। ਬਾਕੀ ਆਪਾਂ ਟਾਈਮ ਨਾਲ ਡਿਸਕਸ ਕਰਦੇ ਰਹਾਂਗੇ, ਰਾਈਟ। ਨਾਓ ਇੰਟਰਨੈਟ ਸ਼ਟਡਾਊਨਸ ਦਾ ਨੈਕਸਟ ਇਸ਼ੂ ਸਾਹਮਣੇ ਆ ਰਿਹਾ ਹੈ। ਸੋ ਇੰਡੀਆ ਵਿੱਚ ਤੁਸੀਂ ਦੇਖੋ ਬਹੁਤ ਵਾਰ ਜਦੋਂ ਪ੍ਰੋਟੈਸਟ ਵਗੈਰਾ ਹੁੰਦੇ, ਇੰਟਰਨੈਟਸ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹਨੂੰ ਮੈਨੇਜ ਕੀਤਾ ਜਾਵੇ। ਨਾਓ ਇਹ ਠੀਕ ਹੈ, ਐਡਮਿਨਿਸਟ੍ਰੇਟਿਵਲੀ ਇਹ ਅੱਛਾ ਮੂਵ ਹੈ, ਪਰ ਦੇਖੋ ਨਾਲ ਹੀ ਨਾਲ ਇਹਦਾ ਇਸ਼ੂ ਕਿਆ ਹੈ, ਫਰੀडम ਆਫ ਸਪੀਚ ਨੂੰ ਕਰਟੇਲ ਵੀ ਕਰ ਸਕਦਾ ਹੈ। ਸਰਕਾਰ ਜਿੱਥੇ ਚਾਹਵੇ ਉੱਥੇ ਇੰਟਰਨੈਟ ਸ਼ਟਡਾਊਨ ਲਾ ਦਿੰਦੀ ਹੈ, ਸੇਇੰਗ ਦੈਟ ਵੀ ਵਾਂਟ ਟੂ ਮੇਨਟੇਨ ਲਾਅ ਐਂਡ ਆਰਡਰ, ਰਾਈਟ। ਸੋ ਐਡਮਿਨਿਸਟ੍ਰੇਸ਼ਨ ਲਈ ਇਹ ਇੰਪੋਰਟੈਂਟ ਹੈ, ਬਟ ਵੀ ਹੈਵ ਟੂ ਸੀ ਕਿ ਬਈ ਕਿੱਥੇ ਇਹ ਰਾਈਟਫੁਲੀ ਯੂਜ਼ ਹੋਇਆ ਹੈ, ਲਿਮਿਟ 'ਚ ਯੂਜ਼ ਹੋਇਆ ਹੈ ਜਾਂ ਨਹੀਂ, ਰਾਈਟ। ਸੋ ਉਹਦੇ ਰਿਗਾਰਡਿੰਗ ਹੀ ਇਹ ਨਵਾਂ ਡਾਟਾ ਆਇਆ ਹੈ। ਇੰਟਰਨੈਟ ਸ਼ਟਡਾਊਨਸ ਟਰੈਕਰ ਨਾਮ ਦਾ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਟਰੈਕ ਕਰ ਰਹੀ ਹੈ। ਇਸ ਸਾਲ ਦਾ ਡਾਟਾ ਇੰਡੀਆ ਲਈ ਪੋਜ਼ਿਟਿਵ ਹੈ, ਆਲਦੋ ਇਸ ਸਾਲ ਦੇ ਵਿੱਚ ਯਾਨੀ ਕਿ 2024 ਦੇ ਵਿੱਚ 60 ਸ਼ਟਡਾਊਨਸ ਟੋਟਲ ਇੰਡੀਆ ਦੇ ਵਿੱਚ ਹੋਇਆ, ਵਿਚ ਇਜ਼ ਦ ਲੋਐਸਟ ਨੰਬਰ ਇਨ 8 ਇਅਰਸ। 8 ਸਾਲਾਂ ਦੇ ਵਿੱਚ ਇਹ ਲੋਐਸਟ ਨੰਬਰ ਆਫ ਸ਼ਟਡਾਊਨਸ ਜਿਹੜੇ ਇੰਡੀਆ ਨੇ ਦੇਖੇ ਹੈ। ਮੈਕਸਿਮਮ ਸ਼ਟਡਾਊਨਸ ਹੋਏ ਸੀ 2020 ਦੇ ਵਿੱਚ, ਜਦੋਂ ਆਰਟੀਕਲ 370 ਰਿਵੋਕ ਕੀਤਾ ਸੀ ਤੇ ਜੰਮੂ ਕਸ਼ਮੀਰ 'ਚ ਕਾਫੀ ਸ਼ਟਡਾਊਨ ਰੱਖਿਆ ਸੀ ਤਾਂ ਕਿ ਮਿਸ ਇਨਫੋਰਮੇਸ਼ਨ ਜਾਂ ਦੰਗੇ ਵਗੈਰਾ ਨਾ ਫੈਲਣ, which was important, we can understand that। but ਉਹੀ ਇਸ਼ੂ ਹੈ ਕਿ ਇਹ ਸ਼ਟਡਾਊਨਸ
ਲਾਅ ਐਂਡ ਆਰਡਰ ਮੈਨੇਜ ਕਰਨ ਚ ਰੋਲ ਤਾਂ ਪਲੇ ਕਰਦੇ ਨੇ, ਬਟ ਵੇਅਰ ਟੂ ਸਟਾਪ ਇਟ, ਰਾਈਟ? ਕਿੱਥੇ ਇਹਨੂੰ ਰਾਈਟਫੁਲੀ ਯੂਜ਼ ਕੀਤਾ ਜਾ ਰਿਹਾ ਹੈ, ਕਿੰਨਾ ਇਹਨੂੰ ਯੂਜ਼ ਕਰਨਾ ਚਾਹੀਦਾ ਹੈ, ਇਹ ਸਾਡੀ ਫਰੀडम ਆਫ ਸਪੀਚ ਨੂੰ ਕਰਟੇਲ ਕਰ ਸਕਦਾ ਹੈ, ਵਿਚ ਇਜ਼ ਆਰ ਫੰਡਾਮੈਂਟਲ ਰਾਈਟ ਅੰਡਰ ਆਰਟੀਕਲ 19, ਰਾਈਟ? ਸੋ that is the concern that is there with this, ਰਾਈਟ? ਸੋ ਇਹਦੇ ਹੋਰ ਐਗਜ਼ਾਮਪਲਸ ਹੈ, ਮਨੀਪੁਰ ਵਗੈਰਾ ਚ ਜਦੋਂ ਵਾਇਲੈਂਸ ਹੋ ਰਹੀ ਸੀ ਉਦੋਂ ਇੰਟਰਨੈਟ ਸ਼ਟਡਾਊਨਸ ਕੀਤੇ ਗਏ, ਜਦੋਂ ਫਾਰਮਰ ਐਜੀਟੇਸ਼ਨਸ ਹੋ ਰਹੀਆਂ ਹਰਿਆਣਾ ਦੇ ਵਿੱਚ ਉਦੋਂ ਇੰਟਰਨੈਟ ਸ਼ਟਡਾਊਨ ਕੀਤੇ ਗਏ। ਸੋ ਇਹ ਡਾਟਾ ਯਾਦ ਰੱਖੋ, ਆਨਸਰਸ ਵਗੈਰਾ ਲਿਖਣ ਚ ਕੰਮ ਆਉਂਦਾ ਹੈ, ਰਾਈਟ? ਸੋ that is why this news item is important. ਨਾਓ ਨੈਕਸਟ ਹੈਗਾ ਹੈ ਗਲੋਬਲ ਰੈਮਿਟੈਂਸਸ, ਬਹੁਤ ਇੰਪੋਰਟੈਂਟ ਟੌਪਿਕ ਹੈ। GS2 ਦੇ IR ਦੇ ਪੋਰਸ਼ਨ ਚ ਡਾਇਸਪੋਰਾ ਤੇ ਕੁਐਸਚਨ ਹਮੇਸ਼ਾ ਆਉਂਦਾ ਹੈ, ਤੇ ਡਾਇਸਪੋਰਾ ਚ ਤੁਸੀਂ ਰੈਮਿਟੈਂਸ ਨਹੀਂ ਮੈਂਸ਼ਨ ਕਰੋਗੇ ਤਾਂ ਹੋਰ ਕਿਆ ਹੀ ਕਰੋਗੇ, ਰਾਈਟ? ਇਫ ਯੂ ਹੈਵ ਸਟੱਡੀਡ ਡਾਇਸਪੋਰਾ ਯੂ ਵਿਲ ਅੰਡਰਸਟੈਂਡ। ਸਾਡਾ ਵੀ IR ਦਾ ਕੋਰਸ ਵੀ ਹੈ, ਇਫ ਯੂ ਵਾਂਟ ਟੂ ਸਟੱਡੀ ਅਬਾਊਟ IR ਯੂ ਕੈਨ ਟੇਕ ਦੈਟ ਕੋਰਸ ਆਲਸੋ, ਅਦਰਵਾਈਜ਼ GS ਬੈਚ ਲਓ ਅਗਰ ਪੂਰਾ ਸਿਲੇਬਸ ਹੀ ਤੁਹਾਡਾ ਪੈਂਡਿੰਗ ਹੈ, ਰਾਈਟ? ਸੋ ਰੈਮਿਟੈਂਸ ਦਾ ਡਾਟਾ ਕੀ ਕਹਿੰਦਾ ਹੈ? ਅਗੇਨ ਇੰਡੀਆ ਇਜ਼ ਦ ਲਾਰਜੈਸਟ ਰੈਮਿਟੈਂਸ ਰਿਸੀਵਰ, ਤੇ ਇਸ ਸਾਲ 14% ਇਨਕਰੀਜ਼, 14.3% ਇਨਕਰੀਜ਼ ਦੇਖਾ ਗਿਆ ਰੈਮਿਟੈਂਸ ਰਿਸੀਵਲਸ ਚ ਵਿਦ ਇਨ ਇੰਡੀਆ। ਟੋਟਲ ਰੈਮਿਟੈਂਸਸ ਅਗਰ ਤੁਸੀਂ ਦੇਖੋ ਆਲਮੋਸਟ $130 ਬਿਲੀਅਨ ਦੇ ਅਰਾਊਂਡ ਇੰਡੀਆ ਰਿਸੀਵ ਕਰ ਰਿਹਾ ਹੈ। 129 ਦਾ ਡਾਟਾ ਯਾਦ ਰੱਖੋ, ਈਜ਼ੀ ਟੂ ਰਿਮੈਂਬਰ, ਰਾਈਟ? ਸੋ ਇਹ ਡਾਟਾ ਯਾਦ ਰੱਖੋ, ਆਨਸਰਸ ਚ ਕਾਫੀ ਕੰਮ ਆਏਗਾ। ਨਾਓ ਨੈਕਸਟ ਆਰਟੀਕਲ ਕੁਆਂਟਮ ਕੰਪਿਊਟਿੰਗ ਤੇ ਪੂਰਾ ਡਿਟੇਲਡ ਆਰਟੀਕਲ ਆਇਆ ਹੈ। ਸੋ ਇਹ ਦੇਖੋ ਕਨਸੈਪਟ ਜਿਹੜਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਥੋੜਾ ਜਿਹਾ ਡਿਫਿਕਲਟ ਵੀ ਹੈ, ਰਾਈਟ? ਸੋ ਇਹਨੂੰ ਅੱਛੇ ਤਰੀਕੇ ਨਾਲ ਸਟੱਡੀ ਕਰੋ। ਆਈ ਵਿਲ ਨਾਟ ਬੀ ਐਕਸਪਲੇਨਿੰਗ ਇਟ ਹੇਅਰ ਬਿਕੋਜ਼ ਇਟ ਵਿਲ ਟੇਕ ਐਟਲੀਸਟ 2 hours class to explain quantum computing to you, ਠੀਕ ਹੈ? ਸੋ ਆਈ ਹੈਵ ਮੈਂਸ਼ਨਡ ਦਿਸ ਇੰਟਾਇਰ ਡਾਟਾ, ਯੂ ਕੈਨ ਰੀਡ ਇਨ ਦ ਡਾਕੂਮੈਂਟ। ਇਹ ਡਾਕੂਮੈਂਟ ਤੁਹਾਨੂੰ ਟੈਲੀਗ੍ਰਾਮ ਚੈਨਲ 'ਚ ਮਿਲ ਜਾਏਗਾ, ਬਟ ਅਗਰ ਤੁਹਾਨੂੰ ਇਹਦੇ ਬੇਸਿਕਸ ਨਹੀਂ ਸਮਝ ਆਉਂਦੇ ਤਾਂ ਉਹੀ ਸਾਇੰਸ ਐਂਡ ਟੈਕ ਦੀਆਂ ਕਲਾਸਿਸ ਲਗਾਓ, ਤਾਂ ਕਿ ਬੇਸਿਕਸ ਲਾਈਕ क्रायोजेनिक्स, स्पेस टेक्नोलॉजी, सैटेलाइट्स, डिजिटल टेक्नोलॉजी, साइबर सिक्योरिटी, ये सब इशूज ਤੁਹਾਨੂੰ ਅੰਡਰਸਟੈਂਡਿੰਗ ਬਣੇ, ਰਾਈਟ? ਬਾਇਓਟੈਕਨੋਲੋਜੀ ਦੇ ਇਸ਼ੂ, ਕੁਆਂਟਮ ਕੰਪਿਊਟਿੰਗ ਵੀ ਅਸੀਂ ਉੱਥੇ ਹੀ ਕਵਰ ਕਰ ਰਹੇ ਹਾਂ, ਠੀਕ ਹੈ ਜੀ? ਅਗੇਨ ਤੁਹਾਨੂੰ ਕੋਈ ਵੀ ਡਾਊਟ ਹੈ, ਤੁਸੀਂ ਕੋਈ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ, ਯੂ ਕੈਨ ਕੰਟੈਕਟ ਅਸ ਐਟ ਦਿਸ ਨੰਬਰ ਫॉर ਆਲ ਦ ਡਿਟੇਲਸ ਦੈਟ ਯੂ ਨੀਡ। ਨਾਓ ਨੈਕਸਟ ਹੈਗਾ ਏ ਕੇਨ ਬੇਤਵਾ ਲਿੰਕ ਪ੍ਰੋਜੈਕਟ। ਇਹ ਬਹੁਤ ਇੰਪੋਰਟੈਂਟ ਹੈ। 2 ਮੇਜਰ ਰਿਵਰਸ ਕੇਨ ਤੇ ਬੇਤਵਾ ਨੂੰ ਇੰਟਰਲਿੰਕਿੰਗ ਦੀ ਪ੍ਰਪੋਜ਼ਲ ਦਿੱਤੀ ਗਈ ਹੈ, ਰਾਈਟ? ਨਾਓ this is going to link areas of Uttar Pradesh and Madhya Pradesh. Total 45,000 ਕਰੋੜ ਦੀ ਸਪੈਂਡਿੰਗ ਇਹ ਤੇ ਕੀਤੀ ਜਾਏਗੀ, ਰਾਈਟ? ਨਾਓ ਰਿਵਰ ਇੰਟਰਲਿੰਕਿੰਗ ਤੇ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਇਹਦੇ ਇਸ਼ੂਜ਼ ਤੇ ਬੈਨੀਫਿਟਸ ਕਿਆ ਹੈ, ਰਾਈਟ? ਜਦੋਂ ਆਪਾਂ ਦੇਖੋ 2 ਰਿਵਰਸ ਨੂੰ ਇੰਟਰਲਿੰਕ ਕਰਦੇ ਹਾਂ, ਇਹਦੇ ਕਾਫੀ ਸਾਰੇ ਫਾਇਦੇ ਹੁੰਦੇ ਆ। ਫਾਇਦਾ ਇਹ ਕਿ ਦੇਖੋ ਸਮਝ ਲਓ ਇੱਕ ਰਿਵਰ ਸਰਪਲਸ ਰਿਵਰ ਹੈ, ਉਸ ਤੋਂ ਇੱਕ ਡੈਫੀਸ਼ੀਐਂਟ ਰਿਵਰ ਜਿੱਥੇ ਪਾਣੀ ਬਹੁਤ ਘੱਟ ਹੈ ਉਹਨਾਂ ਨੂੰ ਕਨੈਕਟ ਕੀਤਾ ਜਾਂਦਾ ਹੈ, ਰਾਈਟ? ਸੋ ਇਹਦੇ ਨਾਲ ਕਿਆ ਹੁੰਦਾ ਹੈ, ਇਸ ਰਿਵਰ ਦਾ ਪਾਣੀ ਸਰਪਲਸ ਚੋਂ ਜਿਹਦੇ ਕੋਲ ਬਹੁਤ ਜ਼ਿਆਦਾ ਐਕਸੈਸ ਚ ਹੈ ਡੈਫਿਸਿਟ ਤੱਕ ਪਹੁੰਚਾਇਆ ਜਾ ਸਕਦਾ ਹੈ। ਸੋ ਇਹਦੀ ਵਾਟਰ ਨੀਡਸ ਫੁਲਫਿਲ ਹੋਣਗੀਆਂ, ਇੱਥੇ ਫਲੱਡਸ ਵਗੈਰਾ ਦੀ ਇਸ਼ੂਜ਼ ਘਟਣਗੇ, ਰਾਈਟ? ਵਾਟਰ ਨੂੰ ਕੰਜ਼ਰਵ ਕਰਨ ਦਾ ਵੀ ਇਹ ਇੱਕ ਤਰੀਕਾ ਹੈ। ਇੱਥੇ ਵੇਸਟ ਹੀ ਜਾਏਗਾ ਜਿਹੜਾ ਪਾਣੀ ਐਕਸਟਰਾ ਹੋਏਗਾ, ਸੋ ਰਾਦਰ ਕੰਜ਼ਰਵ ਇਟ ਐਂਡ ਯੂਜ਼ ਇਟ ਐਟ ਸਮ ਅਦਰ ਪਲੇਸ। ਇੱਥੋਂ ਦੀ ਐਗਰੀਕਲਚਰ ਇੰਪਰੂਵ ਹੋਏਗੀ, ਇੱਥੋਂ ਦੀ ਇੰਡਸਟਰੀ ਇੰਪਰੂਵ ਹੋਏਗੀ, ਇੱਥੋਂ ਦੀ ਹਾਊਸਹੋਲਡ ਨੀਡਸ ਫੁਲਫਿਲ ਹੋਣਗੀਆਂ, ਰਾਈਟ? ਐਂਡ ਆਲ ਆਫ ਦਿਸ ਵਿਲ ਹੈਲਪ ਇਨ ਪੋਵਰਟੀ ਨੂੰ ਵੀ ਕੰਬੈਟ ਕਰਨ ਚ, ਰਾਈਟ? ਲੋਕਾਂ ਨੂੰ ਇੰਪਲੋਇਮੈਂਟ ਮਿਲੇਗੀ, ਕੰਮ ਮਿਲੇਗਾ, ਰਾਈਟ? ਸੋ ਦੈਟ ਇਜ਼ ਵਾਈ ਦਿਸ ਇਜ਼ ਵੈਰੀ ਇੰਪੋਰਟੈਂਟ। ਇੱਥੇ ਆਪਾਂ ਹਾਈਡਰੋ ਪ੍ਰੋਜੈਕਟਸ ਯਾਨੀ ਕਿ ਡੈਮਸ ਵਗੈਰਾ ਲਗਾ ਸਕਦੇ ਹਾਂ, ਫਿਸ਼ਰੀਜ਼ ਵਗੈਰਾ ਕਰ ਸਕਦੇ ਹਾਂ ਥਰੂ ਆਲ ਆਫ ਦੀਜ਼ ਆਰ ਦੀ ਬੈਨੀਫਿਟਸ ਆਫ ਰਿਵਰ ਇੰਟਰਲਿੰਕਿੰਗ, ਠੀਕ ਹੈ? ਜ਼ਿਆਦਾ ਤੋਂ ਘੱਟ ਦੀ ਤਰਫ ਅਗਰ ਪਾਣੀ ਲੈ ਕੇ ਜਾਂਦੇ ਆ, ਇਸ ਤਰੀਕੇ ਨਾਲ ਆਪਾਂ ਨੂੰ ਫਾਇਦੇ ਹੁੰਦੇ ਹੈ, ਬਟ ਇਹਦੇ ਕਾਫੀ ਸਾਰੇ ਇਸ਼ੂਜ਼ ਵੀ ਹੈ। ਸਭ ਤੋਂ ਵੱਡਾ ਹੈ ਇਕੋਲੋਜੀਕਲ ਇਸ਼ੂਜ਼, ਇਨਵਾਇਰਮੈਂਟ ਨੂੰ ਕਾਫੀ ਇੰਪੈਕਟ ਹੋਏਗਾ ਜਦੋਂ ਤੁਸੀਂ ਐਵੇਂ ਰਿਵਰਸ ਲਿੰਕ ਕਰੋਗੇ। ਅਬ ਵਿੱਚ ਵਾਲੇ ਏਰੀਆ 'ਚ ਜੋ ਵੀ ਲੋਕ ਹੈ ਉਹ ਤਾਂ ਡਿਸਟਰਬ ਹੋਣਗੇ ਨਾ, ਡਿਸਪਲੇਸਮੈਂਟਸ ਹੋਣਗੀਆਂ ਲੋਕਾਂ ਦੀਆਂ। ਐਗਰੀਕਲਚਰ ਜਾਂ ਤੁਸੀਂ ਇਹ ਕਹੋ ਕਿ ਵੱਡੇ ਵੱਡੇ ਫੋਰੈਸਟ ਕੱਟੇ ਜਾਣਗੇ ਇਹਨਾਂ ਨੂੰ ਲਿੰਕ ਕਰਨ ਲਈ, ਰਾਈਟ? ਜਿੰਨੀ ਕਾਸਟ ਲੱਗੇਗੀ ਇਹ ਪੂਰੀ ਪ੍ਰੋਜੈਕਟਸ ਬਣਾਉਣ ਦੀ ਇਹਨਾਂ ਨੂੰ ਲਿੰਕ ਕਰਨ ਲਈ, ਪਾਈਪਲਾਈਨਸ ਵਗੈਰਾ ਵਟਐਵਰ ਵੀ ਆਰ ਯੂਜ਼ਿੰਗ, ਲੋਟ ਆਫ ਇਕਨੋਮਿਕ ਕਾਸਟ ਵਿਲ ਬੀ ਦੇਅਰ, ਠੀਕ ਹੈ? ਬਹੁਤ ਸਾਰੇ ਇਨਵੇਸਿਵ ਸਪੀਸੀਜ਼ ਇਸ 'ਚ ਆ ਸਕਦੇ ਹੈ, ਜੋ ਇਸ ਇਕੋਸਿਸਟਮ 'ਚ ਨਹੀਂ ਸੂਟੇਬਲ ਉਹ ਇੱਥੋਂ ਇੱਥੇ ਪਹੁੰਚ ਸਕਦੇ ਹੈ, ਜੋ ਇਸ ਇਕੋਸਿਸਟਮ 'ਚ ਨਹੀਂ ਸੂਟੇਬਲ ਉਹ ਇਹਨੂੰ ਟਰੈਵਲ ਕਰਕੇ ਇੱਥੇ ਪਹੁੰਚ ਸਕਦੇ ਨੇ, ਵਿਚ ਵਿਲ ਡਿਸਟਰੋਏ ਬੋਥ ਦੀ ਏਰੀਆਜ਼, ਰਾਈਟ? ਬਹੁਤ ਸਾਰੀ ਵਾਈਲਡ ਲਾਈਫ ਨੂੰ ਆਪਾਂ ਨੂੰ ਡਿਸਪਲੇਸ ਕਰਨਾ ਪੈ ਸਕਦਾ। ਇੱਥੇ ਜਿਹੜੇ ਇੰਨੇ ਫੋਰੈਸਟ ਹੋਣਗੇ ਉਸ 'ਚ ਬਹੁਤ ਸਾਰੇ ਹਾਥੀ, ਚੀਤਾ ਇਹ ਵਗੈਰਾ ਵੀ ਰਹਿ ਰਹੇ ਹੋਣਗੇ, ਸੋ ਵਾਈਲਡ ਲਾਈਫ ਵੀ ਡਿਸਟਰਬ ਹੋਏਗੀ। ਸੋ ਇਕੋਲੋਜੀਕਲ ਚੈਲੰਜਸ ਬਹੁਤ ਵੱਡੇ ਨੇ, ਇਕਨੋਮਿਕ ਚੈਲੰਜ ਬਹੁਤ ਵੱਡਾ ਹੈ। ਉਸ ਤੋਂ ਵੱਡਾ ਇਸ਼ੂ ਹੈ ਇਹਨੂੰ ਇੰਪਲੀਮੈਂਟ ਕਰਨ ਲਈ ਸਟੇਟਸ 'ਚ ਕੋਆਰਡੀਨੇਸ਼ਨ ਵੀ ਚਾਹੀਦੀ ਹੈ, ਬਿਕੋਜ਼ ਲੈਟਸ ਸੇ ਉੱਤਰ ਪ੍ਰਦੇਸ਼ ਦੀ ਰਿਵਰ ਮੱਧ ਪ੍ਰਦੇਸ਼ ਦੀ ਰਿਵਰ ਨਾਲ ਕਨੈਕਟ ਹੋ ਰਹੀ ਹੈ, ਤਾਂ ਜਦ ਤੱਕ ਸਰਕਾਰਾਂ ਸੇਮ ਨਹੀਂ ਹੈ ਇੱਥੇ ਇਸ਼ੂ ਹੀ ਰਹੇਗਾ,
राइट। सो दैट आर द मेजर इश्यूज, ठीक है। लेट्स सी हाउ दे आर रिजॉल्व, बट ये पॉइंट्स याद रखने हैं, इंपॉर्टेंट क्वेश्चन बन सकता है, राइट। सो ये डिजास्टर मैनेजमेंट बिल च भी कुछ चेंजेस आए हैं, प्लीज रीड देम। इस च कोई थोड़े थोड़े इश्यूज ने, ऑल्दो दिस टॉपिक पीसीएस ਲਈ ਇੰਨਾ इंपॉर्टेंट नहीं है, बट यू कैन रीड इट वंस, क्वेश्चंस कैन बी आस्क्ड, राइट। नाउ कजाकिस्तान ਦੀ ਗੱਲ ਆ ਰਹੀ ਹੈ। Kazakhstan, if you see on the map, India the Central Asian neighbor है, which is a very crucial neighbor for India, right? So Kazakhstan important क्यों है कि सानू काफ़ी सारी साड़ी एनर्जी सिक्योरिटी च ऑलरेडी काम कर रहा है, यानी कि ऑयल, नैचुरल गैस, यूरेनियम ਇਹ ਜਿਹੇ ਰਿਸੋਰਸਸ ਕਾਫੀ ਆ ਰਹੇ ਨੇ ਇਸ ਜਗ੍ਹਾ ਤੋਂ, ਜਾਂ ਆਪਾਂ ਲੈ ਸਕਦੇ ਨੇ। ਨੈਕਸਟ ਇੰਪੋਰਟੈਂਸ ਇਹਦੀ ਹੁਣ ਜੋ ਉੱਭਰ ਕੇ ਆ ਰਹੀ ਹੈ, that rare earth elements are also abundant in Kazakhstan। 17 ਚੋਂ 15 rare earth elements are found here and we can rely on Kazakhstan for our needs। करंटली इंडिया जो है वो चाइना ते काफ़ी डिपेंडेंट है। चाइना ऑलमोस्ट काफ़ी ज़्यादा जो रेयर अर्थ एलिमेंट्स का सैक्शन है उन्होंने डोमीनेट कर रहा है। सो इंडिया इफ वांट्स टू रिड्यूस इट्स डिपेंडेंस ऑन चाइना कैन इंपोर्ट इट, कैन गेट इन डील्स विद कजाकिस्तान, दैट इज व्हाट द आर्टिकल इज सेइंग, ठीक है। सो इसीलिए कजाकिस्तान इज वेरी इंपॉर्टेंट साडे लिए। रेयर अर्थ एलिमेंट्स की अवेलेबिलिटी मिलेगी, इंडिया की खुद की कैपेसिटी काफ़ी लैकिंग है, बट वी कैन बिल्ड टाइज विद कजाकिस्तान टू गेट द सेम, राइट। बट ये सब अचीव करन च दो मेजर चैलेंजेस ने। फर्स्ट, कजाकिस्तान नाल अपनी डायरैक्ट कनैक्टिविटी नहीं है। कनैक्टिविटी सब तो बड़ा इशू है जो आप सेंट्रल एशिया की गल करते हैं, बिकॉज ये देखो ऑलमोस्ट लैंडलॉक्ड है। इधर साडे विच आंदा है पाकिस्तान, जिहड़ा कि साडी तरक्की विच होने वाले हर स्टैप नूं रोकदा है। सो इट डज नॉट प्रोवाइड अस डायरैक्ट कनैक्टिविटी थ्रू लैंड रूट। टैररिज्म वगैरह करके भी लैंड रूट चूज करना डिफिकल्ट है, इसलिए इंडिया नूं काफ़ी वड्डा रूट चूज करना पैंदा है, विच आर ऑल्सो अंडर डेवलपमेंट ओनली, हजे कोई बने नहीं है। चाबार पोर्ट वगैरह आप बनाने की कोशिश कर रहे हैं ईरान दे विचों, बट दे आर ऑल्सो लिंगरिंग, राइट। सो कनैक्टिविटी इज द बिग इशू, राइट। सैकेंड है कि बई ये रेयर अर्थ एलीमेंट्स कजाकिस्तान च है उन्हां दे किहड़ा उत्ते ही पए ने, you know, we have to extract it from the ground, so that extraction technology is also lacking, right? So these are the two major challenges going forward, but again India ने important step लिता है in this regard, that is India Central Asia Rare Earth Forum बनाई गई है, where the countries can sit, discuss and figure out the solutions towards better engagement, ठीक है जी। सो ये पॉइंट्स रखने हैं याद, ਇਹਦਾ इंपॉर्टेंस, challenges and the steps taken forward, right? Now next article is talking about creating fisheries extension services, ठीक है जी। फिशरी सैक्टर च एक्सटेंशन सर्विसेज क्रिएट करना। एक्सटेंशन सर्विसेज का मतलब क्या हुंदा है, जिवें समझ लो एनिमल डिजीज कंट्रोल, वाटर क्वालिटी मैनेजमेंट, कोई नवी टेक्नोलॉजीज इंट्रोड्यूस करना, राइट। सीड ग्रोअर्स या हैचर्स टेक्नोलॉजी, मतलब फिश सैक्टर नाल रिलेटेड जिहड़ियां है टेक्नोलॉजीज वगैरह, फैसिलिटीज वगैरह ਉਹਨੂੰ यूटिलाइज करना, राइट। सो दिस इज व्हाट द आर्टिकल इज टॉकिंग अबाउट। द आर्टिकल सेज कि इंडिया ਦੇ ਵਿੱਚ ऑलरेडी 3 करोड़ फिश फार्मर्स एग्जिस्ट कर रहे ने। इंडिया ਦੀ अगर मार्केट देखी जाए, इट इज ऑलरेडी सेकंड लार्जेस्ट इन द वर्ल्ड, ठीक है। एंड अगर तुसी पिछले 10 साल की गल करो, 83% इंक्रीज फिश प्रोडक्शन इंडिया च देखा गया है। सो इफ वी वांट टू सस्टेन दिस ग्रोथ, ठीक है, फिश सैक्टर च आपां इसी तरीके नाल ग्रोथ देखना चाहते हैं, तो सानू नाउ वी शुड वर्क ऑन फिशरी एक्सटेंशन सर्विसेज, राइट। सो ਇਹਦੇ ਲਈ ऑलरेडी गवर्नमेंट ने इनिशिएटिव लिता है, विच इज दैट इनिशिएटिव प्रधानमंत्री मत्स्य संपदा योजना ऑलरेडी लॉन्च की गई है। मत्स्य का मतलब होंदा है फिश, राइट। ਇਹਦੇ ਵਿੱਚ मत्स्य सेवा केंद्रास बनाए गए ने। सेवा केंद्रास का मतलब उही है, ट्रेंड प्रोफैशनल्स होणगे ਇਹਦੇ ਵਿੱਚ, ਜਿਹੜੇ ਕਿ ਫਿਸ਼ਰਮੈਨ ਨੂੰ ਗਾਈਡ ਕਰਨਗੇ ਹਾਊ ਦੇ ਕੈਨ ਇੰਪਰੂਵ देयर ਫਿਸ਼ਰੀਜ਼ ਸਿਸਟਮ, ਰਾਈਟ। ਸੋ 102 ਸੱਚ ਕੇਂਦਰਾਸ ਜਿਹੜੇ ਆ ਉਹ ਪਾਸ ਕਰ ਦਿੱਤੇ ਗਏ ਹੈ ਸਟੇਟ ਤੇ ਯੂਨੀਅਨ ਟੈਰੀਟਰੀਜ਼ 'ਚ ਸੈਟਅਪ ਕਰਨ ਲਈ। ਕੇਰਲਾ 'ਚ ਇਹ ਆਲਰੇਡੀ ਬਹੁਤ ਅੱਛੇ ਤਰੀਕੇ ਨਾਲ ਵਰਕ ਕਰ ਰਹੇ ਆ। ਇਹਨਾਂ ਨੇ ਇਕਵਿਪਡ लैब भी बनाई है, जिथे वाटर टेस्टिंग, सॉइल टेस्टिंग वगैरह ऑलरेडी हो रही है, डिसीज कंट्रोल वगैरह ते वर्क किया जा रहा है, राइट। महाराष्ट्र ऑल्सो इज वर्किंग ऑन दिस। सो ਇਹ जी टैक्नोलॉजी पूरे इंडिया ਦੇ ਵਿੱਚ, स्पैशली जिथे फिशरी का काम बहुत ज़्यादा चल रहा उत्थे आपां ने प्रोपोगेट करनी है टू पुश दिस सैक्टर फर्दर, ठीक है। सैकेंड, इंडिया ने सागर मित्रास भी बनाए ने। सागर मित्रास यानी कि ट्रेंड फिशरमैनस नू ट्रेन किया जा रहा है कि किवें तुसीं आपदा मरीन कैच वधाओ, प्राइसिस फ्लक्चुएशन नू
किवें मैनेज करना है वगैरह, राइट। सो ऑल द इन्फॉर्मेशन रिगार्डिंग फिशरी सैक्टर इज बीइंग कलैक्टेड हेयर ताकि फिशरी सैक्टर ਨੂੰ ਅੱਗੇ ਇੰਪਰੂਵ ਕੀਤਾ ਜਾ ਸਕੇ, ਰਾਈਟ। ਇੱਕ ਗਵਰਨਮੈਂਟ ਦੇ ਸਮਝ ਲਓ ਉਹ ਇੰਟਰਮੀਡੀਏਰੀਜ਼ ਬਣਨਗੇ ਜਿਹੜੇ ਕਿ ਫਿਸ਼ਰੀ ਸੈਕਟਰ ਤੇ ਪੂਰੀ ਰਿਸਰਚ ਕਰਕੇ ਫਾਰਮਰਸ ਤੱਕ ਇਨਫੋਰਮੇਸ਼ਨ ਡਿਸੈਮੀਨੇਟ ਕਰਨਗੇ ਬਈ ਕਿ ਤੁਸੀਂ ਕਿਵੇਂ ਆਪਦੇ ਫਿਸ਼ਰੀ ਸੈਕਟਰ ਨੂੰ ਵਧਾਉਣਾ ਹੈ, ਰਾਈਟ। ਸੋ ਦੈਟ ਇਜ਼ ਵੇਅਰ ਦਿਸ ਵਿਲ ਫੋਕਸ, ਠੀਕ ਹੈ ਜੀ। ਸੋ ਇਹ ਤੇ ਆਪਾਂ ਕੰਮ ਕਰਨਾ ਹੈ। ਨਾਓ ਇੱਕ ਪੰਜਾਬ ਸਪੈਸੀਫਿਕ ਇੰਪੋਰਟੈਂਟ ਨਿਊਜ਼ ਆਈਟਮ ਆਈ ਹੈ, ਸ਼ੂਗਰ ਕੇਨ ਦੇ ਲਈ ਜੋ ਪ੍ਰਾਈਸਿਸ ਵਗੈਰਾ ਹੈ ਉਹ ਪੰਜਾਬ ਦੇ ਵਿੱਚ ਕਾਫੀ ਇਨਕਰੀਜ਼ ਹੋ ਰਹੀਆਂ ਹੈ। ਸ਼ੂਗਰ ਕੇਨ ਦੀ ਪ੍ਰਾਈਸ ਜਿਹੜੀ ਪੰਜਾਬ ਪੇ ਕਰੇਗਾ ਫਾਰਮਰ ਨੂੰ ਉਹ 10 ਰੁਪਏ ਤੋਂ ਵੱਧ ਗਈ ਹੈ। ਨਾਓ ਪੰਜਾਬ ਇਜ਼ ਵਨ ਸਟੇਟ ਵਿਚ ਵਿਲ ਬੀ ਪੇਇੰਗ ਹਾਈਐਸਟ ਟੂ ਦ ਸ਼ੂਗਰ ਕੇਨ ਪ੍ਰੋਡਿਊਸਰ, ਰਾਈਟ। ਪਰ ਕੁਇੰਟਲ ਪੰਜਾਬ 401 ਰੁਪਇਆ ਦੇਗਾ, ਰਾਈਟ। ਇਹੀ ਪ੍ਰੋਵੀਜ਼ਨਸ ਕਰਕੇ ਏਰੀਆ ਅੰਡਰ ਸ਼ੂਗਰ ਕੇਨ ਪੰਜਾਬ ਦੇ ਵਿੱਚ ਵੱਧ ਗਿਆ ਹੈ, ਰਾਈਟ। ਹੁਣ ਇਹ ਇਨਫੋਰਮੇਸ਼ਨ ਯਾਦ ਰੱਖੋ ਤੁਸੀਂ, ਸ਼ੂਗਰ ਕੇਨ ਵਗੈਰਾ ਤੇ ਕੋਈ ਕੁਐਸਚਨ ਆਂਦਾ ਹੈ, ਵੈਸੇ ਇਹ ਕੋਈ ਬਹੁਤ ਜ਼ਿਆਦਾ ਪੋਜ਼ਿਟਿਵ ਡਿਵੈਲਪਮੈਂਟ ਨਹੀਂ ਹੈ ਬਿਕੋਜ਼ ਸ਼ੂਗਰ ਕੇਨ ਇਜ਼ ਆਲਸੋ ਵਾਟਰ ਇੰਟੈਂਸਿਵ ਕ੍ਰੌਪ, ਤੇ ਅਗਰ ਪੰਜਾਬ ਇਹਦੇ ਲਈ ਇਨਸੈਂਟਿਵਸ ਦੇ ਵੀ ਰਿਹਾ ਹੈ, ਗਵਰਨਮੈਂਟ ਇਹਨੂੰ ਸਪੋਰਟ ਦੇ ਵੀ ਰਿਹਾ ਹੈ, ਤਾਂ ਇਹ ਪੰਜਾਬ ਲਈ ਇਸ਼ੂਜ਼ ਹੀ ਕ੍ਰੀਏਟ ਕਰੇਗੀ ਇਨ ਲੌਂਗ ਟਰਮ ਰਾਦਰ ਦੈਨ ਬੈਨੀਫਿਟਿੰਗ, ਠੀਕ ਹੈ। ਸੋ ਇਹਨੂੰ ਪੋਜ਼ਿਟਿਵ ਨੈਗੇਟਿਵ ਦੋਨਾਂ ਵੇ ਵਿੱਚ ਇਸ ਆਈਟਮ ਨੂੰ ਆਪਾਂ ਇਸ ਨਿਊਜ਼ ਨੂੰ ਯੂਜ਼ ਕਰ ਸਕਦੇ ਹਾਂ। ਸੋ ਕੀਪ ਦਿਸ ਇਨ ਦ ਮਾਈਂਡ ਕਿ ਹਾਈਐਸਟ ਪ੍ਰਾਈਸ ਆਫਰਿੰਗ ਪੰਜਾਬ ਚ ਹੋ ਰਹੀ ਹੈ ਸ਼ੂਗਰ ਕੇਨ ਲਈ, ਵਿਚ ਇਜ਼ ਗੋਇੰਗ ਟੂ ਵਰਸਨ ਪੰਜਾਬ's ਵਾਟਰ ਕੰਡੀਸ਼ਨ, ਠੀਕ ਹੈ ਜੀ। ਨਾ ਪ੍ਰੀਲਿਮਸ ਬੇਸਡ ਕੁਝ ਨਿਊਜ਼ ਆਈਟਮਸ ਆਈਆਂ ਜਿਹੜੇ ਕਿ ਪ੍ਰੀਲਿਮਸ ਚ ਕੁਐਸਚਨ ਪੁੱਛੇ ਜਾ ਸਕਦੇ ਆ। ਇੱਕ ਤਾਂ ਗਵਰਨਰਸ ਜਿਹੜੇ ਨਵੇਂ ਅਪਾਇੰਟ ਕੀਤੇ ਗਏ ਨੇ, ਮਨੀਪੁਰ ਚ ਦੇਖੋ ਫਾਰਮਰ ਹੋਮ ਸੈਕਟਰੀ ਅਜੇ ਬੱਲਾ ਗਵਰਨਰ ਬਣਾ ਦਿੱਤੇ ਗਏ ਨੇ, ਦੈਨ ਮਿਜ਼ੋਰਾਮ ਵਿੱਚ ਵੀਕੇ ਸਿੰਘ ਬਣਾ ਦਿੱਤੇ ਗਏ ਨੇ, ਕੇਰਲਾ ਦੇ ਵਿੱਚ ਆਰਿਫ ਮੁਹੰਮਦ ਖਾਨ ਬਣਾ ਦਿੱਤੇ ਗਏ ਨੇ, ਠੀਕ ਹੈ। ਨਾਓ ਇਹ ਵੈਸੇ ਪ੍ਰੀਲਿਮਸ ਲਈ ਯਾਦ ਰੱਖੋ ਬਟ ਇਨ ਮੇਨਸ ਆਲਸੋ ਯੂ ਕੈਨ ਯੂਜ਼ ਇਟ ਐਜ਼ ਐਨ ਐਗਜ਼ਾਮਪਲ ਇਨ ਗਵਰਨਰ ਆਫਿਸ ਦਾ ਇਸ਼ੂ, ਰਾਈਟ। ਗਵਰਨਰ ਆਫਿਸ ਦਾ ਇਸ਼ੂ ਹੀ ਇਹ ਹੈ ਕਿ ਬਈ ਹਾਰੇ ਹੋਏ ਪੋਲੀਟੀਸ਼ੀਅਨ ਜਾਂ ਲੋਇਲ ਬਿਊਰੋਕਰੇਟਸ ਨੂੰ ਗਵਰਨਰ ਬਣਾਇਆ ਜਾਂਦਾ ਹੈ। ਦਿਸ ਕ੍ਰੀਏਟਸ ਇਸ਼ੂ ਆਫ ਬਿਊਰੋਕ੍ਰੇਸੀ ਐਂਡ ਪੋਲੀਟੀਸ਼ੀਅਨ ਨੈਕਸਸ, ਰਾਈਟ। ਅੱਜ ਤੁਸੀਂ ਐਜ਼ ਲੈਟਸ ਸੇ ਕਿ ਵੀ ਤੁਸੀਂ ਡੀਐਸਪੀ ਲੱਗ ਜਾਂਦੇ ਹੋ, ਤੁਸੀਂ ਆਪਦੇ ਪੋਲੀਟੀਸ਼ੀਅਨ ਦੀ ਸਾਰੀ ਗੱਲਾਂ ਮੰਨੋਗੇ, ਤੁਸੀਂ ਰਿਟਾਇਰ ਹੋਣ ਵਾਲੇ ਹੋ, ਲੈਟਸ ਸੇ 59 ਦੀ ਏਜ ਤੱਕ ਪਹੁੰਚ ਚੁੱਕੇ ਹੋ, ਤੁਸੀਂ ਅੱਗੇ ਵੀ ਕੰਮ ਕਰਨਾ ਚਾਹੁੰਦੇ ਹੋ, ਉਹ ਕੰਮ ਕਰਨ ਲਈ ਤੁਹਾਨੂੰ ਅਪਾਇੰਟ ਕੌਣ ਕਰੇਗਾ? ਪੋਲੀਟੀਸ਼ੀਅਨ, ਰਾਈਟ। ਸੋ ਦੈਟ ਇਜ਼ ਵਾਟ ਇਜ਼ the issue with this proposition। ਨੈਕਸਟ ਆਪਾਂ ਨੂੰ ਪਤਾ ਹੈ ਪੀਐਮ ਮਨਮੋਹਨ ਸਿੰਘ ਜਿਹੜੇ ਆ ਉਹ ਹੁਣ ਨਹੀਂ ਰਹੇ, ਸੋ ਇਹਨਾਂ ਦੇ ਬੇਸਡ ਕੁਐਸਚਨਸ ਜਿਹੜੇ ਆ ਕਾਫੀ ਏਰੀਆਜ਼ ਚ ਆ ਸਕਦੇ ਆ। ਸਾਰੀ ਡਿਟੇਲ ਮੈंने ਇੱਥੇ ਦਿੱਤੀ ਹੋਈ ਹੈ, ਪਲੀਜ਼ ਰੀਡ ਦਿਸ ਡਿਟੇਲਸ, important for prelims as well as mains questions can be asked on LPG era, ਇਹਦੇ ਇਸ਼ੂਜ਼, ਇਹਦੇ ਪੋਜ਼ਿਟਿਵਸ, ਰਾਈਟ। ਜਾਂ ਮਨਰੇਗਾ ਤੇ ਇੰਡਸਟਰੀਅਲ ਕੋਰੀਡੋਰਸ ਤੇ ਕੁਐਸਚਨ ਆ ਸਕਦੇ ਨੇ। ਸੋ ਆਲ ਦ ਰਿਲੇਟਡ ਟੌਪਿਕਸ ਟੂ ਹਿਸ ਵਰਕਸ ਯੂ ਸ਼ੁਡ ਸਟੱਡੀ ਫॉर ਮੇਨਸ ਪਰਸਪੈਕਟਿਵ। ਇਸ ਤਰੀਕੇ ਨਾਲ ਕਰੰਟ ਅਫੇਅਰ ਤੁਹਾਡੇ ਕੰਮ ਆਉਂਦੇ ਨੇ, ਰਾਈਟ। ਨੈਕਸਟ ਹੈ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਬਣ ਰਿਹਾ ਲੋਥਲ ਗੁਜਰਾਤ ਤੇ। ਇਹ ਨਵੀਂ ਨਿਊਜ਼ ਨਹੀਂ ਹੈ, ਬਹੁਤ ਪੁਰਾਣੀ ਨਿਊਜ਼ ਹੈ ਬਟ ਆਈ ਐਮ ਹਾਈਲਾਈਟਿੰਗ ਕਿਉਂਕਿ ਇਹ ਤੇ ਪ੍ਰੀਲਿਮ ਦਾ ਕੁਐਸਚਨ ਬਣ ਸਕਦਾ ਹੈ। ਸਿੱਧਾ ਡਾਇਰੈਕਟਲੀ ਪੁੱਛ ਸਕਦੇ ਆ ਕਿ ਇੰਡੀਆ ਦੇ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਕਿੱਥੇ ਬਣ ਰਿਹਾ ਹੈ? ਲੋਥਲ, ਇੰਡਸ ਵੈਲੀ ਇੰਪੋਰਟੈਂਟ ਸਾਈਟ ਹੈ। ਰੀਡ ਅਬਾਊਟ ਲੋਥਲ ਆਲਸੋ ਇਨ ਮਚ ਡਿਟੇਲ। ਇੱਥੇ ਹੀ ਕਿਉਂ ਬਣ ਰਿਹਾ? ਕੋਈ ਤਾਂ ਕਾਰਨ ਹੋਏਗਾ ਨਾ, ਰਾਈਟ। ਸੋ ਫਰਸਟ ਡੌਕਯਾਰਡ ਹੈ ਇੰਡੀਆ ਦਾ, ਰਾਈਟ। ਸੋ ਇਸੀलिए ਇਹਨੂੰ ਪਲੀਜ਼ ਅੱਛੇ ਤਰੀਕੇ ਨਾਲ ਪੜੋ। ਐਂਡ ਲਾਸਟ ਨਿਊਜ਼ ਆਈਟਮ ਇਜ਼ ਕੋਨੈਰੋ ਹੰਪੀ ਨਾਮ ਦੀ ਲੇਡੀ ਨੇ ਵਰਲਡ ਰੈਪਿਡ ਚੈਸ ਚੈਂਪੀਅਨਸ਼ਿਪ ਜਿਹੜੀ ਆ ਉਹ ਜਿੱਤ ਲਈ ਹੈ। ਦਿਸ ਇਜ਼ ਅਗੇਨ ਅ ਵੈਰੀ ਇੰਪੋਰਟੈਂਟ ਡਿਵੈਲਪਮੈਂਟ। ਚੈਸ ਚ ਸੈਕੰਡ ਮੇਜਰ ਟਾਈਟਲ ਇੰਡੀਆ ਨੇ ਜਿੱਤਿਆ ਹੈ ਆਫਟਰ ਡੀ ਕੁਕੇਸ਼ ਜਿਨੇ ਪਿਛਲੇ ਹੀ ਹਫਤੇ ਵਰਲਡ ਚੈਂਪੀਅਨਸ਼ਿਪ ਟਰੋਫੀ ਜਿੱਤੀ ਸੀ ਸਿੰਗਾਪੁਰ ਦੇ ਵਿੱਚ, ਰਾਈਟ। ਸੋ ਇਹ ਨਾਮ ਵੀ ਯਾਦ ਰੱਖੋ। 37 ਈਅਰ 올ਡ ਇਹ ਲੇਡੀ ਹੈ ਵਿਜੇਵਾੜਾ ਆਂਧਰਾ ਪ੍ਰਦੇਸ਼ ਤੋਂ ਐਂਡ ਸ਼ੀ ਹੈਜ਼ ਅਚੀਵਡ ਦਿਸ ਟਾਈਟਲ ਫॉर ਇੰਡੀਆ, right? That is all for today's discussion. Please, if you have any doubts, any queries, connect us on this number and this video the PDF ਲਈ join our Telegram channel. All the very best to you. Thank you so much for joining.